ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਤੇ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਰ ਆਏ ਦਿਨ ਆਪਾਂ ਇੱਕ ਨਵੇਂ ਮਸਲੇ ਨੂੰ ਛੂਹਣੇ ਆ। ਆਪਾਂ ਕਰੰਟ ਅਫੇਅਰਸ ਦੇ ਉੱਤੇ ਗੱਲਬਾਤ ਕਰਦੇ ਹਾਂ ਜਾਂ ਕੋਈ ਹੋਰ ਢੁਕਵਾਂ ਮਸਲਾ ਜਿਹੜਾ ਇੱਥੋਂ ਦੇ ਹਾਲਾਤਾਂ ਦੇ ਉੱਤੇ, ਇੱਥੋਂ ਦੀ ਜ਼ਿੰਦਗੀ ਦੇ ਆਸੇ-ਪਾਸੇ ਉਹਦੀਆਂ ਗੱਲਾਂ ਬਾਤਾਂ ਕਰਦਾ, ਆਪਾਂ ਉਸ ਗੱਲ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਅੱਜ ਜਿਸ ਮਸਲੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਹਦੇ ਨਾਲ ਆਪਾਂ ਸਾਰੀ ਤਕਰੀਬਨ ਵਾਹ ਵਾਸਤਾ ਹੈ ਤੇ ਸਾਰੇ ਹੀ ਆਪਾਂ ਉਹਦੇ 'ਚ ਇੰਟਰਸਟਡ ਬੜੇ ਆ। ਗੱਲਬਾਤ ਕਰਾਂਗੇ ਪੰਜਾਬ ਦੀ ਪੋਲਿਟਿਕਸ ਬਾਰੇ। ਦਲ ਬਦਲੂ ਲੀਡਰ ਲਗਾਤਾਰ ਆਪਣਾ ਜਿਹੜਾ ਸੁਰੱਖਿਅਤ ਟਿਕਾਣਾ ਲੱਭ ਰਹੇ ਨੇ ਜਾਂ ਜਿਹੜਾ ਉਹਨਾਂ ਨੂੰ ਲੱਗਦਾ, ਪਰ ਅਸਲ ਦੇ ਵਿੱਚ ਕੀ ਇਹ ਚੀਜ਼ਾਂ ਜਾਇਜ਼ ਨੇ ਕਿ ਅੱਜ ਉਸ ਪਾਰਟੀ ਦੇ ਵਿੱਚ ਇੱਕ ਪਿੱਛੇ ਜੇ ਗਾਣਾ ਆਇਆ ਸੀ, ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ। ਪਰ ਲੀਡਰਾਂ ਦੀ ਆਈਡੀਓਲੋਜੀ ਹੁੰਦੀ ਹੈ, ਲੀਡਰਾਂ ਦਾ ਕੋਈ ਸਿਧਾਂਤ ਹੁੰਦਾ, ਪਾਰਟੀਆਂ ਕਿਸੇ ਗੱਲ ਤੇ ਖੜੀਆਂ ਹੁੰਦੀਆਂ, ਪਰ ਇਹ ਗੱਲਾਂ ਨਜ਼ਰ ਕਿਉਂ ਨਹੀਂ ਆ ਰਹੀਆਂ। ਨਾਲ ਜੁੜਦੇ ਰਾਜਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ, ਉਹ ਵੀ ਲੀਡਰ ਕਹਿੰਦੇ ਸੁਣੇ ਵੀ ਜਿਹੜੀ ਚੂੰ ਤੇ ਘੁੱਗੀ ਘੂ ਨਹੀਂ ਕਰਨ ਦੇਣੀ। ਅੱਜ ਉਹਨਾਂ ਸਾਰਿਆਂ ਦੀਆਂ ਤਿਤਲੀਆਂ ਉੱਡੀ ਜਾਂਦੀਆਂ। ਵੈਸੇ ਕਮਾਲ ਦਾ ਆ ਉੱਥੇ ਦਾ ਨਿਜ਼ਾਮ ਵੀ, ਕਮਾਲ ਦਾ ਹੀ ਆ ਵੈਸੇ ਉੱਥੇ ਦੀ ਜਿਹੜੀ ਸਿਆਸਤ। ਲੋਕਾਂ ਦਾ ਵੀ ਹਾਜ਼ਮਾ ਬਹੁਤ ਜ਼ਬਰਦਸਤ ਆ। ਬਿਲਕੁਲ। ਇਹ ਤੇ ਜਿਹੜੇ ਇਹ ਲੀਡਰ ਆ ਇਹ ਤਾਂ ਕਮਾਲ ਹੀ ਆ ਨਾ, ਵੀ ਕਦੀ ਇਸ ਪਾਸੇ ਕਦੀ ਉਸ ਪਾਸੇ ਆਉਣਾ, ਕਿਸੇ ਪਾਸਿਓਂ ਸਹਾਰਾ ਕਿਸੇ ਹੋਰ ਪਾਰਟੀ ਦਾ, ਤੇ ਮੌਕਾ ਦੇਖਦੇ ਹੋਏ, ਮੌਸਮ ਨੂੰ ਦੇਖਦੇ ਹੋਏ ਵੀ ਮੀਂਹ ਆ ਰਿਹਾ ਕਿ ਨਹੀਂ ਆ ਰਿਹਾ ਜਾਂ ਕਿਹਦਾ ਮੀਂਹ ਆ ਰਿਹਾ, ਤੇ ਫਿਰ ਉਸ ਤੋਂ ਵੱਲ ਨੂੰ ਕੁਛ ਵੀਕ ਪਹਿਲਾਂ ਆਪਣੇ ਜਿਹੜੇ ਨਾਲ ਰੀਸੈਂਟਲੀ ਜੁੜੇ ਨੇ ਪੰਜਾਬ ਤੋਂ ਜਿਹੜੇ ਪੱਤਰਕਾਰ ਨੇ, ਭਾਰਤ ਤੋਂ ਹਰਿਆਣੇ ਤੇ ਪੰਜਾਬ ਦੇ ਵਿੱਚ ਜ਼ਿਆਦਾ ਰਹਿੰਦੇ, ਦਿੱਲੀ 'ਚ ਵੀ ਹੁੰਦੇ ਆ, ਮਨਦੀਪ ਪੁੰਨੀਆ ਨੀ, ਉਹਨਾਂ ਨੇ ਦੱਸਿਆ ਸੀਗਾ ਆਇਆ ਰਾਮ ਗਿਆ ਰਾਮ ਵਾਲੀ ਜਿਹੜੀ ਕਹਾਣੀ, ਆਇਆ ਲਾਲ ਗਿਆ ਲਾਲ ਸੀਗਾ, ਪਰ ਬਾਅਦ 'ਚ ਜਿਹੜੀ ਕਹਾਵਤ ਆਇਆ ਰਾਮ ਗਿਆ ਰਾਮ ਬਣੀ, ਇੱਕ ਦਿਨ 'ਚ 5 ਪਾਰਟੀਆਂ ਬਦਲਣ ਵਾਲਾ। ਕਮਾਲ ਹੋ ਗਈ ਵੈਸੇ। ਤੇ ਇੱਥੇ ਵੀ ਕੁਛ ਪੰਜਾਬ 'ਚ ਹੁਣ ਏਦਾਂ ਦਾ ਹੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਆਪਸ ਦੇ ਵਿੱਚ ਗੱਠਜੋੜ ਤਾਂ ਇਹਨਾਂ ਦਾ ਕਿਸੇ ਦਾ ਵੀ ਨਹੀਂ ਬਣਿਆ। ਬਾਹਰ ਸ਼ੰਭੂ ਪਾਰ ਕਰਦੇ ਆ ਗੱਠਜੋੜ ਵੀ ਹੈਗੇ ਆ, ਸਾਰਾ ਕੁਛ ਆ, ਪਰ ਛਾਲਾਂ ਵੱਜ ਰਹੀਆਂ ਵੀ। ਏਡੇ ਡੱਡੂ ਛੜੱਪੇ ਤਾਂ ਨਹੀਂ ਸੀ ਦੇਖੇ, ਮੈਨੂੰ ਏਦਾਂ ਲੱਗਦਾ, ਪਰ ਹਰ ਵਾਰੀ ਆਪਾਂ ਕਹਿ ਦਿੰਦੇ ਆ ਪਰ ਵੱਜੀ ਜਾਂਦੇ, ਹਟਦੇ ਹੀ ਨਹੀਂ ਇਹ। ਤੇ ਲੋਕਾਂ ਨੂੰ ਵੀ ਚੇਤਾ ਚੁੱਤਾ ਭੁੱਲ ਜਾਂਦਾ ਵੀ ਕਿੱਧਰੋਂ ਆਏ ਸੀ। ਹੁਣ ਤਾਂ ਹਿਸਟਰੀ ਚੇਤਾ ਲੱਭਣੀ ਪੈਂਦੀ ਆ। ਨਹੀਂ, ਅੱਜ ਜਿਹੜੇ ਰਾਜਕਰਮਵੀਰ ਸਿੰਘ ਜੀ ਗਦਾਰ ਕਹਿ ਰਹੇ ਇਹਨਾਂ ਨੂੰ, ਉਹਨਾਂ ਨੂੰ ਆਪਣੀ ਹਿਸਟਰੀ ਭੁੱਲ ਗਏ। 2 ਸਾਲਾਂ 'ਚ 2022 ਨਹੀਂ, ਉਹ ਗਦਾਰੀ ਕਰਕੇ ਤੇ ਇਹਨਾਂ ਨੂੰ ਆਏ ਸੀ। ਗਦਾਰੀ ਕਰਕੇ ਆਏ ਸੀ, ਠੀਕ ਹੈ ਨਾ। ਤੇ ਹੁਣ ਜਦੋਂ ਇਹਨਾਂ ਦਾ ਕਰ ਲਈ ਤੇ ਕਿਤੇ ਗਦਾਰ ਹੋ ਗਏ, ਹਨਾ। ਇਹ ਸਾਡਾ ਕੁੱਤਾ ਤੁਹਾਡਾ ਕੁੱਤਾ ਵੀ, ਇਹ ਤਾਂ ਉਹ ਗੱਲ ਬਣ ਜਾਂਦੀ ਆ। ਇਹ ਹਾਲਾਤ ਇਹ ਕਹਿਣ ਦੀਆਂ ਗੱਲਾਂ ਹੋਰ ਨੇ ਤੇ ਲਾਗੂ ਕਰਨ ਵਾਲੀਆਂ ਜਿਹੜੀਆਂ ਹੋਰ ਨੇ। ਬਿਲਕੁਲ ਸਰੋਤਿਓ, ਤੁਹਾਨੂੰ ਵੀ ਖੁੱਲਾ ਸੱਦਾ। ਅੱਜ ਦਲ ਬਦਲੂਆਂ ਲੀਡਰਾਂ ਦੇ ਬਾਰੇ ਤੁਸੀਂ ਜਿਹੜੀ ਟਿੱਪਣੀ ਕਰਨਾ ਚਾਹੁੰਦੇ ਆ, ਔਰ ਆਪਾਂ ਨੂੰ ਇਹ ਨਹੀਂਗਾ ਕਿ ਸੁਸ਼ੀਲ ਰਿੰਕੂ ਜਾਂ ਸ਼ੀਤਲ ਅੰਗਰਾਲ ਤੇ ਰਵਨੀਤ ਬਿੱਟੂ, ਰਾਜਕੁਮਾਰ ਚੱਬੇਵਾਲ ਜਾਂ ਹੋਰ ਜਿੰਨੀਆਂ ਵੀ ਬਥੇਰੇ ਨੇ, ਪੋਟਿਆਂ ਤੇ ਗਿਣੇ ਨਹੀਂ ਜਾਂਦੇ, ਹੁਣ ਤਾਂ ਸੁੱਖ ਨਾਲ ਇੰਨੇ ਹੋ ਗਏ ਆ। ਉਹਨਾਂ ਦੇ ਬਾਰੇ ਤੁਸੀਂ ਵੀ ਆਪਣੀਆਂ ਟਿੱਪਣੀ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕੀ ਸੋਚਦੇ, ਕੀ ਹੋਣਾ ਕੀ ਚਾਹੀਦਾ ਵੀ ਇਹਨਾਂ ਦਾ? ਮਤਲਬ ਓਦਾਂ ਤੇ ਚਲੋ ਦੇਖੋ, ਜਦੋਂ ਸਰਕਾਰਾਂ ਬਦਲ ਦਿੰਦੇ ਸੀਗੇ ਕੁਛ ਕੁ ਜਾਣੇ ਜਾ ਕੇ, ਫਿਰ ਇਹਨਾਂ ਨੇ ਕਾਨੂੰਨ ਵੀ ਲਿਆਂਦਾ, ਸੋਧ ਜੀ ਕੀਤੀ ਸੀ ਇਹਨਾਂ ਨੇ ਵੀ ਇੰਨੇ ਜਾਣੇ ਘੱਟੋ ਘੱਟ ਹੋਣੇ ਚਾਹੀਦੇ, ਫਿਰ ਜਿਹੜੀ ਆ ਉਹ ਸਰਕਾਰ ਬਦਲੀ ਜਾਊਗੀ। ਉਹ ਵੀ ਚੱਲੀ ਜਾਂਦਾ ਵੈਸੇ ਤਾਂ ਕੰਮ, ਜਿੱਥੇ ਦਾ ਲੱਗਦਾ ਉਹ ਕਰੀ ਜਾਂਦੇ ਆ। ਤੇ ਪਰ ਨਹੀਂ, ਉਹਨਾਂ ਨੇ ਦੇਖੋ, ਇਹ ਇੰਦਰਾ ਗਾਂਧੀ ਨੇ ਸ਼ੁਰੂਆਤ ਕੀਤੀ ਸੀ, ਕਾਂਗਰਸ ਤੋਂ ਸ਼ੁਰੂਆਤ ਹੋਈ ਹੈ। ਜਿਹੜਾ ਆਪਰੇਸ਼ਨ ਲੋਟਸ ਚ ਬਦਲਿਆ, ਜਿਹੜਾ ਆਪਰੇਸ਼ਨ ਲੋਟਸ ਦੇ ਵਿੱਚ ਤਬਦੀਲ ਹੋ ਗਿਆ ਨਾ, ਇਹ 60ਵਿਆਂ ਦੇ ਵਿੱਚ ਰਾਜਕਰਮਵੀਰ ਸਿੰਘ ਦੀ ਸ਼ੁਰੂਆਤ ਹੋਈ ਸੀਗੀ। ਜਦੋਂ ਆਪਾਂ ਦੇਖਦੇ ਆ ਨਾ ਲਛਮਣ ਸਿੰਘ ਗਿੱਲ ਵਰਗਿਆਂ ਨੂੰ ਪੰਜਾਬ ਦੇ ਵਿੱਚ ਪੋਲਿਟਿਕਸ ਕਰਦਿਆਂ ਨੂੰ, ਉਹਨਾਂ ਨੇ ਵੀ 16-17 ਬੰਦੇ ਪੱਟ ਕੇ ਸਰਕਾਰਾਂ ਡਿੱਗਦੀਆਂ ਸੀਗੀਆਂ। ਠੀਕ ਹੈ, ਹਾਂਜੀ, ਉਹਨਾਂ ਦੀਆਂ ਵੀ ਸਰਕਾਰਾਂ ਡਿੱਗੀਆਂ। ਉਸ ਤੋਂ ਬਾਅਦ ਫਿਰ ਤਾਂ ਮਤਲਬ ਹਨੇਰੀ ਆ ਗਈ। ਤੁਸੀਂ ਯਕੀਨ ਕਰਿਓ ਵੀ ਉਹਨਾਂ 62ਵਿਆਂ ਤੋਂ ਲੈ ਕੇ ਤੇ 80ਵਿਆਂ ਤੱਕ ਆਉਂਦਿਆਂ 2700 ਬੰਦਿਆਂ ਨੇ ਪਾਰਟੀਆਂ ਬਦਲੀਆਂ। 2700 ਬੰਦਿਆਂ ਨੇ, 60 ਤੋਂ ਲੈ ਕੇ ਹੁਣ ਤੱਕ। ਹਾਂਜੀ, ਹੁਣ ਤੱਕ ਨਹੀਂ, 80 ਤੱਕ, 20 ਸਾਲਾਂ 'ਚ 2700 ਬੰਦਿਆਂ ਨੇ। ਹੁਣ ਤਾਂ ਮੈਨੂੰ ਲੱਗਦਾ ਇਹ 5-6 ਸਾਲਾਂ 'ਚ ਹੋ ਜਾਂਦੇ ਹੋਣੇ ਇੰਨੇ ਕੁ ਤਾਂ। ਹਾਂਜੀ, ਇੰਨੇ ਕੁ ਤਾਂ। ਤੁਸੀਂ ਪਿੱਛੇ ਜੇ ਆਪਾਂ ਇੱਕ ADR ਦੀ ਰਿਪੋਰਟ ਦਾ ਹਵਾਲਾ ਦਿੱਤਾ ਸੀਗਾ, ਮੋਦੀ ਦੇ ਕਾਰਜਕਾਲ ਤੋਂ ਲੈ ਕੇ 2014 ਤੋਂ ਲੈ ਕੇ 21 ਆਉਂਦਿਆਂ ਉਹਨਾਂ ਨੇ ਜਿਹੜੇ 1100 ਕੁਛ ਜਿਹੜੇ ਲੀਡਰ ਸੀਗੇ, ਸਿਆਸਤਦਾਨ, ਉਹਨਾਂ ਦੇ ਐਫੀਡੇਵਿਟ ਚੈੱਕ ਕੀਤੇ ਸੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਐਫੀਡੇਵਿਟ ਲੱਭੇ ਕਿ ਜਿਹੜੇ 500 ਤੋਂ ਉੱਤੇ ਲੀਡਰ ਛਾਲਾਂ ਮਾਰ ਗਏ ਦੂਜੀਆਂ ਪਾਰਟੀਆਂ ਦੇ ਵਿੱਚ। ਮਤਲਬ
500 ਤਾਂ ਗਿਣਤੀ MP MLAs ਦੀ ਹੈ। ਇਸ ਤੋਂ ਇਲਾਵਾ ਜਿਹੜੇ ਦੂਜੇ ਜਿਨ੍ਹਾਂ ਕੋਲ ਪੋਸਟਾਂ ਨਹੀਂ ਸੀ, ਕੋਈ MP ਨਹੀਂ ਸੀ, MLAs ਨਹੀਂ, ਉਹ ਵੱਖਰੇ ਹੈ। 500 ਤਾਂ ਉਹ ਸੀ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਸੀਗਾ। ਹਾਂਜੀ, ਜਾਂ ਉਹ MP ਸੀਗੇ ਜਾਂ MLA ਸੀ। ਕੱਲੀ ਕਾਂਗਰਸ ਪਾਰਟੀ ਹੈ ਜੀ ਜਿਹਨੂੰ 7-8 ਸਾਲਾਂ ਚ 400 ਲੀਡਰ ਛੱਡ ਗਿਆ, 398 ਲੀਡਰ। ਉਹਨਾਂ ਦੀ ਕੋਰ ਕਮੇਟੀ 14 ਮੁੱਖ ਮੰਤਰੀ, 15 ਸਾਬਕਾ ਮੁੱਖ ਮੰਤਰੀ, ਮਾਫ ਕਰਨਾ। ਉਹ ਛੱਡ ਕੇ ਚਲੇ ਗਏ, ਬਹਿ ਗਏ ਕਮਲ ਦੇ ਫੁੱਲ ਤੇ। ਹਾਂਜੀ, ਕੋਈ ਕਮਲ ਦੇ ਫੁੱਲ ਤੇ, ਕੋਈ ਬਹੁਤੇ ਤਾਂ ਉਧਰ ਹੀ ਗਏ। ਹਾਂਜੀ, ਬਹੁਤੇ ਮੈਜੋਰਟੀ ਤੁਸੀਂ ਕਹਿ ਸਕਦੇ, ਮੈਜੋਰਟੀ। ਬਾਕੀ ਜਿਨ੍ਹਾਂ ਦੀ ED ਦੀਆਂ ਫਾਈਲਾਂ ਚੱਲਦੀਆਂ ਉਹ ਜਲਦੀ ਚੱਲ ਜਾਂਦੇ। ਹਾਂਜੀ, ED ਤਾਂ ਤੁਸੀਂ ਦੇਖ ਲਓ ਵੀ ਲੋਕ ਕਹਿ ਰਹੇ ਨੇ, ਲੋਕਾਂ ਦੀ ਭੱਖ ਹੈ ਇਹ, ਲੋਕ ਇਹ ਗੱਲ ਕਰ ਰਹੇ ਨੇ ਕਿ ਅੱਗੇ ਇਲੈਕਸ਼ਨ EC ਕਰਵਾਉਂਦੀ ਸੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਹੁਣ ED ਕਰਵਾ ਰਹੀ ਹੈ, ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆਫ ਇੰਡੀਆ ਹੁਣ ED ਕਰਵਾ ਰਹੀ ਹੈ। ਪਰ ਆਪਾਂ ਸਰੋਤਿਆਂ ਨੂੰ ਜ਼ਰੂਰ ਸੱਦਾ ਦੇਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਵੀ ਆਪਣੀ ਟਿੱਪਣੀ ਕਰ ਸਕਦੇ ਹੋ। 408-272-5200 ਸਟੂਡੀਓ ਦਾ ਨੰਬਰ ਹੈ। ਔਰ ਤੁਸੀਂ ਕੀ ਸੋਚਦੇ ਹੋ ਕਿ ਕਿਹੋ ਜੀ ਸਿਆਸੀ ਨਿਗਾਰ ਅਸੀਂ ਦੇਖ ਰਹੇ ਹਾਂ, ਕਿਹੋ ਜੀ ਮੌਕਾ ਕਿ ਨਾਰਮਲ ਹੀ ਆ, ਹਾਂ, ਜਾਂ ਤੁਹਾਡੇ ਮੁਤਾਬਕ ਜਾਇਜ਼ ਆ, ਤੁਸੀਂ ਇਹਨੂੰ ਡਾਈਜੈਸਟ ਕਰਨ ਲੱਗ ਪਏ ਹੁਣ। ਚਲੋ, ਮਤਲਬ ਇਹ ਕੋਈ ਨਵੀਂ ਚੀਜ਼ ਤਾਂ ਵਾਪਰੀ ਨਹੀਂ। ਹਾਂਜੀ, ਵੀ ਇਹ ਨਾਰਮਲ ਹੀ ਆ, ਇੰਨੇ ਕੁ ਜ਼ਿਆਦਾ ਕਿ ਜਾਂ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਇੱਕ ਪਾਰਟੀ ਦਾ ਜ਼ਿਆਦਾ ਜ਼ੋਰ ਚੱਲ ਰਿਹਾ, ਵੀ ਕੌਣ ਕਿਹਦੀ ਗਿੱਚੀ ਮਰੋੜਨ ਦਿਆ ਆ, ਉਹਦੇ ਹਿਸਾਬ ਦੇ ਨਾਲ ਪਾਰਟੀ ਦੀ ਜਿਹੜੀ ਉਹ ਛਾਲ ਵੱਜ ਰਹੀ ਆ। ਇਹ ਦਲ ਬਦਲੂ ਜਿਹੜੇ ਉਹ ਕਹਿੰਦੇ ਆ, ਜਦੋਂ ਆਉਂਦੇ ਆ ਇੱਕ ਪਾਰਟੀ ਚੋਂ ਛੱਡ ਕੇ ਦੂਜੀ ਚ, ਉਦੋਂ ਉਹਨਾਂ ਦੇ ਬਿਆਨ ਕੁਛ ਹੋਰ ਹੁੰਦੇ ਆ, ਤੇ ਜਦੋਂ ਛੱਡ ਕੇ ਚਲੇ ਜਾਂਦੇ ਆ, ਦੂਜੇ ਪਾਸੇ ਜਾਂਦੇ ਆ, ਤਾਂ ਫਿਰ ਉਹਨਾਂ ਦਾ ਬਿਆਨ ਉਹੀ ਚੀਜ਼ ਨੂੰ ਲੈ ਕੇ ਡਿਫਰੈਂਟ ਜਿਹੜਾ ਉਹ ਹੋ ਜਾਂਦਾ। ਸੋ ਏਡੀ ਜਲਦੀ ਕਿੱਦਾਂ ਜਿਹੜਾ ਸਿਆਸਤਦਾਨ ਆਪਣੇ ਕਹਿ ਲਓ ਵੀ ਜ਼ਮੀਰ ਨੂੰ ਵੀ ਕਿੱਦਾਂ ਜਵਾਬ ਦਿੰਦਾ ਹੋਊਗਾ, ਇਹ ਬੜੀ ਹੈਰਾਨੀ ਵਾਲੀ, ਹੈਰਾਨਕੁੰਨ ਜਿਹੜੀ ਇਹ ਗੱਲਾਂ ਨੇ। ਪਰ ਆਖਿਆ ਹੀ ਜਾਂਦਾ ਆ ਵੀ ਲੀਡਰ ਸਿਆਸਤਦਾਨ ਤਾਂ ਉਹੀ ਆ ਜਿਹਦਾ, ਇਹ ਹੁਣ ਜੱਜੇ ਵਾਲਾ ਸ਼ਬਦ ਨਹੀਂ ਹੈਗਾ, ਪੱਖੀ ਜਿਹੜਾ ਹੁਣ ਕਹੀਏ। ਇਹਦੇ ਬਾਰੇ ਦੱਸੋ। ਸੋ ਸਰੋਤੇ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਜੀ ਬਿਲਕੁਲ, ਤੇ ਆਪਣੇ ਨਾਲ ਜੁੜੇ ਨੇ ਰਾਜਕਰਮਜੀਤ ਸਿੰਘ ਜੀ, ਮੇਜਰ ਸਿੰਘ ਸਿਆਟਲ ਤੋਂ। ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹੋਏ ਨੇ, ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਲੀਡਰਾਂ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ ਮੇਜਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਗੱਲ ਇਹ ਕਰਨੀ ਚਾਹੁੰਦਾ ਸੀਗਾ ਵੀ ਦੇਖੋ, ਹੁਣ ਜਲੰਧਰ ਜਿਹੜਾ ਰਿੰਕੂ ਚਲੇ ਗਿਆ ਆਪਣੇ ਭਾਜਪਾ ਜਾਵੜੇ, ਇਹਦਾ ਮਤਲਬ ਭਾਜਪਾ ਕੋਲ ED ਆ ਤਾਂ ਉਹਨਾਂ ਕੋਲ CBI, ਜਿਹਨੂੰ ਹੱਥ ਪਾਉਂਦੇ ਆ ਤਾਂ ਉਹ ਚੱਕ ਕੇ ਕਹਿੰਦਾ ਵੀ ਤੇਰੇ ਕੇਸ ਵੀ ਕਰ ਲਓ, ਜਦੋਂ ਤੋਂ ਸਾਡੀ ਪਾਰਟੀ ਚ ਆਏਗਾ ਤਾਂ ਦੁੱਧ ਤੋਂ ਹੋ ਜਾਣਾ, ਤੇ ਜਦੋਂ ਤੋਂ ਬਾਅਦ ਮਾਣਿਆ ਜੀ। ਤੇ ਇਸ ਕਰਕੇ ਲੋਕਾਂ ਦੇ ਨਾਲ ਬੜਾ ਵੱਡਾ ਧੋਖਾ ਆ। ਲੋਕੀ ਸਿੱਧੇ ਤੋਂ ਭਾਜਪਾ ਨੂੰ ਵੋਟ ਕੋਈ ਪਾਉਂਦਾ ਹੀ ਨਹੀਂ। ਇਹ ਹੁਣ ਬੰਦੇ ਖਰੀਦ ਕੇ ਆਪਣੇ ਵੱਲ ਲਿਜਾ ਰਹੇ ਆ। ਹਾਂ, ਏਦਾਂ ਹੀ ਆ ਜੀ। ਇਹਦਾ ਪਟਾਈਆ ਤਾਂ ਚਿਰ ਦਾ ਹੀ ਚੱਲੀ ਜਾਂਦਾ ਸੀ, ਆਪਾਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਬਹੁਤ ਸਿਆਸਤਦਾਨ ਉਹਨਾਂ ਨੇ ਪੱਟੇ ਆ। ਫਿਰ ਉਹ ਜਿਹੜਾ ਪੈਸਾ ਆਇਆ ਇਹਨਾਂ ਨੂੰ ਫੰਡ ਦੇ ਜਿਹੜੇ ਉਹ ਦਿੰਦੇ ਆ, ਤੇ ਦੇ ਕੇ ਤੇ ਉਹਨਾਂ ਨੂੰ ਖਰੀਦ ਲੈਂਦੇ ਆ। ਪੈਸਾ ਮਿਲਿਆ ਬਹੁਤ ਇਹਨਾਂ ਨੂੰ, ਸਹੀ ਗੱਲ। ਤੇ ਮੋਦੀ ਸਾਹਿਬ ਕਹਿੰਦੇ ਸੀ ਜਦੋਂ ਨੋਟਬੰਦੀ ਹੋਈ ਆ ਵੀ ਮੈਂ ਕਹਿੰਦਾ ਮਸਾਲਾ ਖਤਮ ਕਰ ਦੇਣਾ ਆ ਤੇ ਸਭ ਕਿਤਾ ਰਹਿ ਜਾਊਗਾ। ਜੀ। ਤੇ ਇਸ ਕਰਕੇ ਮੈਂ ਅੱਜ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਦੇਖਿਆ, ਮੇਰੇ ਕੋਲ ਸਭ ਤੋਂ ਝੂਠਾ ਪ੍ਰਧਾਨ ਮੰਤਰੀ ਇਹ ਆ। ਠੀਕ ਹੈ ਜੀ। ਜਿਹੜਾ ਕਹਿੰਦਾ 15 ਲੱਖ ਤੁਹਾਡੇ ਖਾਤੇ ਜਾ ਜਾਊਗਾ, ਲੋਕਾਂ ਦੇ ਖਾਤੇ ਖੁਲਾਏ, 5-5 ਹਜ਼ਾਰ ਰੁਪਇਆ ਬੈਂਕਾਂ ਜਮਾ ਕਰਾਇਆ, ਉਹ ਵੀ ਪੈਸੇ ਉਹਨਾਂ ਦੇ ਖਤਮ ਹੋਏ, ਤੇ 15 ਲੱਖ ਪਤਾ ਨਹੀਂ ਕਿੱਥੇ ਆ। 6 ਦਿਨ ਕਹਿੰਦਾ ਆਉਣੇ ਵਾਲੇ ਨਹੀਂ, ਉਹਦਾ ਆਪ ਹੀ ਉਹਨਾਂ ਨੇ ਕਹਿ ਦਿੱਤਾ ਸੀ ਮੇਜਰ ਸਿੰਘ ਜੀ ਵੀ ਅਸੀਂ ਤਾਂ ਜੁਮਲਾ ਮਾਰਿਆ, ਉਹਦਾ ਸ਼ਰਿਆਮ ਵੀ ਮੁੱਕਰ ਗਏ ਸੀਗੇ। ਲੋਕੀ ਵੀ ਜੁਮਲਾ ਮਾਰਨ ਹੁਣ। ਲੋਕੀ ਭੁੱਲ ਜਾਂਦੇ ਆ ਨਾ। ਲੋਕੀ ਬੇਵਕੂਫ ਹੈ। ਲੋਕੀ ਜਿਹੜੇ ਪੈਸੇ ਲੈ ਕੇ ਜਾਂ ਸ਼ਰਾਬ ਲੈ ਕੇ ਵੋਟਾਂ ਵੇਚਦੇ ਆ, ਇਸ ਕਰਕੇ ਉੱਥੇ ਚੇਂਜ ਨਹੀਂ ਹੁੰਦੀ। ਜੀ, ਨਹੀਂ ਚੇਂਜ ਤਾਂ ਲਿਆਂਦੀ ਸੀ, ਹੁਣ ਐਵੇਂ ਨਹੀਂ ਆਪਾਂ ਕਹਿ ਸਕਦੇ। ਚੇਂਜ ਤਾਂ ਬਥੇਰੀ ਲਿਆਂਦੀ ਪੰਜਾਬ ਵਾਲਿਆਂ ਨੇ। ਹੁਣ ਪੰਜਾਬ ਦੀ ਮੈਂ ਗੱਲ ਆਮ ਸਾਰੀ ਕਰ ਲਓ ਸੈਂਟਰ ਦੀ, ਵੀ ਸੈਂਟਰ ਦੇ ਵਿੱਚ ਹੁਣ ਦੇਖੋ ਵੀ ਇਹ ਮੇਰੀ ਤਾਂ ਰਿਐਲਿਟੀ ਹੈ ਲੋਕਾਂ ਦੇ ਨਾਲ, ਜਿਹੜੇ ਬੰਦੇ ਖਰੀਦ ਕੇ ਆਪਣੀ ਪਾਰਟੀ ਚਲੀ ਜਾਂਦੇ ਆ। ਜੀ। ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਓਕੇ, ਥੈਂਕ ਯੂ। ਹੁਣ ਇੱਥੇ ਦੋ ਚੀਜ਼ਾਂ ਪ੍ਰਵੀਨ ਜੀ, ਇੱਕ ਤਾਂ ਕਦੀ ਕਹਿ ਦਿੰਦੇ ਵੀ ਬੰਦੇ ਖਰੀਦ ਲਏ, ਇੱਕ ਵਾਰੀ ਕਹਿ ਦਿੰਦੇ ਵੀ ED ਦਾ ਜ਼ੋਰ ਆ। ਸੋ ਬੰਦੇ ਖਰੀਦਿਆ ਕਿ ED ਦੇ ਕਰਕੇ ਆਏ ਆ? ਕਿਉਂਕਿ ED ਦੇ ਕਰਕੇ ਬੰਦਾ ਖਰੀਦਿਆ। ਇਹ ਕਿੱਦਾਂ ਹੋ ਸਕਦਾ ਵੀ ਉਹ ਆਪਣੀ ਖੱਲ ਬਚਾਉਣ ਦੇ ਲਈ ਆਇਆ ਕਿ ਉਹਨੇ ਆਪਣਾ ਜਿਹੜਾ ਉਹ ਪੈਸੇ ਲਾਏ ਆ ਵੀ ਮੇਰੀ ਕੀਮਤ ਇੰਨੀ ਆ? ਜੀ ਇਦਾਂ ਨਹੀਂ ਹੋ ਸਕਦਾ, ਦੋਨੋਂ ਚੀਜ਼ਾਂ ਨਹੀਂ ਹੋ ਸਕਦੀਆਂ ਹੋਣਗੀਆਂ ਨਾ, ਇਹ ਦੋਨਾਂ ਜੋ ਇੱਕ ਹੀ ਹੁੰਦੀ ਹੋਊਗੀ। ਹਾਂਜੀ, ਆਪਣੇ ਇੱਕ ਹੋਰ ਕਾਲਰ ਸੀਗੇ ਤੇ ਉਹ ਭੈਣ ਜੀ ਹੋਰੇ ਕਹਿ ਰਹੇ ਸੀ ਇਹ ਗੁਜਰਾਤ ਮਾਡਲ ਹੈ, ਇਦਾਂ ਹੀ ਵਿਰੋਧੀਆਂ ਨੂੰ ਕਿਵੇਂ ਕਰਕੇ ਤੇ ਉਹ ਮਤਲਬ ਜਿਵੇਂ ਵੀ ਕਰਕੇ। ਉਹ ਜੇ ਦੇਖਿਆ ਜਾਵੇ ਪ੍ਰਵੀਨ ਜੀ, ਜਿਹੜੇ ਵਿਰੋਧੀ ਜਿਹੜੇ ਹੁਣ ਇਸ ਪਾਸੇ ਆ, ਉਹ ਵੀ ਕਿਸੇ ਪਾਸੇ ਉੱਠ ਕੇ ਆਏ ਸੀ। ਇਹ ਵੀ ਜਿਹੜੀ ਚੀਜ਼ ਆਪਾਂ ਦੇਖੀ ਆ। ਹਾਂ, ਬਿਲਕੁਲ। ਲੋਕ ਏਦਾਂ ਲੱਗਦਾ ਵੀ
ਜ਼ਿਆਦਾਤਰ ਜੇ ਆਪਾਂ ਆਪਣੇ ਸੂਬੇ ਦੀ ਗੱਲ ਕਰੀਏ ਤਾਂ ਪਾਰਟੀ ਨੂੰ ਦੇਖ ਕੇ ਵੋਟ ਪਾ ਦਿੰਦੇ ਆ। ਕਈ ਬਹੁਤ ਘੱਟ ਥਾਵਾਂ ਦੇ ਉੱਤੇ ਆ ਬੰਦੇ ਨੂੰ ਦੇਖ ਕੇ ਵੋਟ ਪਾਈ ਜਾਂਦੀ, ਕੈਂਡੀਡੇਟ ਨੂੰ ਦੇਖ ਕੇ ਮਤਲਬ ਵੋਟ ਪਾਈ ਜਾਂਦੀ ਹੋਵੇ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਜੇ ਇਹੀ ਗੱਲ ਉਦੋਂ ਸੱਚ ਸੀ, ਮਤਲਬ ਜੇ ਹੁਣ ਸੱਚ ਆ ਤੇ ਉਦੋਂ ਵੀ ਸੱਚ ਹੋਣੀ ਚਾਹੀਦੀ, ਕਿਉਂਕਿ ਰਿੰਕੂ ਵੀ ਦੂਜੇ ਪਾਸੋਂ ਉੱਠ ਕੇ ਆਇਆ ਸੀ। ਹਾਂਜੀ ਹਾਂਜੀ ਜਿਹੜਾ ਸ਼ੀਤਲ ਅੰਗਰਾਲ, ਸ਼ੀਤਲ, ਹਾਂਜੀ ਇਹ ਵੀ ਦੂਜੇ ਪਾਸੋਂ ਉੱਠ ਕੇ ਆਇਆ, ਇਹਦੀ ਤੇ ਘਰ ਵਾਪਸੀ ਹੋਈ ਆ। ਹਾਂਜੀ ਘਰ ਵਾਪਸੀ ਹੋਈ। ਉਹ ਤਾਂ ਸਗੋਂ ਇੱਕ ਹੋਰ ਬਹੁਤ ਵੱਡੀ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਸਾ ਗਿਆ। ਉਹ ਕਹਿੰਦਾ ਵੀ ਜਿਹੜਾ ਆਪਰੇਸ਼ਨ ਲੋਟਸ ਸੀਗਾ, ਕਹਿੰਦਾ ਮੈਂ ਹੁਣ ਉਹਦੇ ਬਾਰੇ ਖੁਲਾਸੇ ਕਰਨੇ ਆ ਵੀ ਕਿਹਨੇ ਮੈਨੂੰ ਕਿਹਾ ਸੀ ਇਹ ਗੱਲ ਕਹਿ, ਤੇ ਹੁਣ ਕਹਿੰਦਾ ਇਹ ਆਮ ਆਦਮੀ ਪਾਰਟੀ ਵਾਲੇ ਕਰਨਗੇ, ਇਹਨਾਂ ਨੇ ਉਹ ਸਟੇਜਡ ਕੀਤਾ ਸੀ ਸਾਰਾ ਕੁਝ। ਲੈ ਤੁਸੀਂ ਦੇਖੋ ਹੁਣ ਈਡੀ ਦੇਖੋ ਕਿਹਦੇ ਪਾਸੋਂ ਦੀ ਹੋਰ ਇਹ 92 ਨੂੰ ਵਾਵਾ ਤੋੜ ਲੈਣੇ ਇਹਨਾਂ ਨੇ, 91 92 ਚੋਂ ਰਹਿ ਜਾਣੇ 50 60 ਮੈਨੂੰ ਲੱਗਦਾ। ਹਾਂਜੀ ਬਿਲਕੁਲ। ਤੇ ਤੁਸੀਂ ਉਹ ਦੇਖੋ ਨਾ ਜਿਹੜੇ ਆਪਣੇ MP ਸਾਹਿਬ ਨੇ ਰਿੰਕੂ ਜੀ, ਉਹਨਾਂ ਦੀ ਤੁਸੀਂ ਸਟੇਟਮੈਂਟ ਦੇਖੋ, ਬੜੀਆਂ ਕੰਟਰਾਡਿਕਟ ਗੱਲਾਂ ਕਰ ਰਹੇ ਨੇ। ਪਹਿਲਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ, ਮੈਂ ਇਹਦੇ ਚ ਡਿਸਪਲਿਨ ਬੜਾ, ਮੈਂ ਇਸ ਕਰਕੇ ਇੱਧਰ ਆ ਰਿਹਾ। ਅਰਵਿੰਦ ਕੇਜਰੀਵਾਲ ਨੇ ਮੈਨੂੰ ਮੌਕਾ ਦਿੱਤਾ, ਮੈਂ ਇੱਥੋਂ ਲੋਕ ਸਭਾ ਦੇ ਵਿੱਚੋਂ ਖੜਾ ਹਾਂ ਤੇ ਲੋਕਾਂ ਨੇ ਮੈਨੂੰ ਮੈਂਡੇਟ ਦਿੱਤਾ। ਅੱਜ ਉਹ ਕਹਿ ਰਹੇ ਨੇ ਕਿ ਮੈਨੂੰ ਜੀ ਮੋਦੀ ਸਾਹਿਬ ਨੇ ਜਿਹੜਾ ਮੈਨੂੰ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੇ, ਹਾਂਜੀ ਮੋਦੀ ਤੇ ਅਮਿਤ ਸ਼ਾਹ ਤੋਂ ਮੈਂ ਪ੍ਰਭਾਵਿਤ ਬੜਾ, ਉਹਨਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਭਾਜਪਾ ਜੁਆਇਨ ਕੀਤੀ ਹੈ। ਤੇ ਇਹੀ ਬੰਦਾ, ਇਹ ਸ਼ਖਸ ਰਾਜਕਰਨਵੀਰ ਸਿੰਘ ਜੀ 20 ਦਿਨ ਪਹਿਲਾਂ ਆਪਣੇ ਆਪ ਨੂੰ ਸੰਗਲਾਂ ਦੇ ਵਿੱਚ ਜਕੜ ਕੇ ਤੇ ਪਾਰਲੀਮੈਂਟ ਦੇ ਬਾਹਰ ਖੜਾ ਸੀ। ਕਹਿੰਦਾ ਸੀ, ਹਾਂਜੀ ਕਹਿੰਦਾ ਸੀ ਤੁਸੀਂ ਈਡੀ ਤੇ ਹੋਰ ਏਜੰਸੀਆਂ ਦੇ ਛਾਪੇ ਮਰਾ ਰਹੇ ਹੋ, ਤੁਸੀਂ ਲੋਕਤੰਤਰ ਦਾ ਗਲਾ ਘੁੱਟ ਰਹੇ ਹੋ। ਅੱਛਾ, ਸੰਗਲਾਂ ਵਾਲਾ ਨਾਰਮਲੀ ਹੈ ਕੰਮ। ਹਾਂਜੀ ਸੰਗਲਾਂ ਵਾਲਾ ਨਾਰਮਲੀ, ਜਿਵੇਂ ਰਾਜਕੁਮਾਰ ਚੱਬੇਵਾਲ ਨਹੀਂ ਪੰਡ ਚੱਕੀ ਖੜੇ ਸੀਗੇ ਜੀ, ਤੇ ਉਹ ਵੀ ਭਾਰਤ ਥੱਲੇ ਆ ਗਏ। ਹਾਂਜੀ ਹਾਂਜੀ, ਉਹ ਭਾਰਤ ਥੱਲੇ ਕੀ, ਉਹ ਤਾਂ ਕਹਿੰਦੇ ਭਾਰ ਹੀ ਲੈ ਗਿਆ, ਪੰਜਾਬ ਤੋਂ ਹੀ ਲੈ ਗਿਆ। ਉਹ ਜਿਹੜਾ ਉਹ ਕਹਿੰਦਾ ਵੀ ਕਰਜ਼ਾ ਪਹਿਲਾਂ ਬਹੁਤ ਸੀਗਾ, ਫਿਰ ਕਹਿੰਦੇ ਰਹਿਣ ਦੋ, ਫਿਰ ਉਧਰਲੇ ਪਾਸੇ ਆਪ ਚਲੇ ਗਏ। ਹਾਂਜੀ, ਕੀ ਉੱਥੇ ਫਿਰ ਵਿਜੀਲੈਂਸ ਦਾ ਰੌਲਾ ਸੀ? ਹਾਂ ਹੋਣਾ ਹੀ ਹੈ, 4 ਕਰੋੜ ਦਾ ਮੋਦੀ ਹੁਣੀ ਈਡੀ ਤੇ ਭਗਵੰਤ ਮਾਨ ਹੁਣੀ ਵਿਜੀਲੈਂਸ ਵਾਲੇ। ਦੇਖ ਲਓ, ਨਹੀਂ ਦੇਖੋ ਇਹ ਖਰੀਦਦਾਰੀ ਹੋ ਰਹੀ ਆ, ਡਰਾਇਆ ਜਾ ਰਿਹਾ ਹੈ ਕਿ ਦੋਨੋਂ ਚੀਜ਼ਾਂ ਆ, ਇਹ ਕੀ ਹੁੰਦਾ ਕੀ ਆ। ਬੜੀ ਵੈਸੇ ਕਮਾਲ ਦੀ ਦਿਲਚਸਪ ਚੀਜ਼ਾਂ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ। ਬਾਜਵਾ ਸਾਹਿਬ ਨੇ ਖੁਦ, ਜਿਹੜੇ ਕਿ ਲੀਡਰ ਆਫ ਆਪੋਜੀਸ਼ਨ, ਬਿੱਟੂ ਦੀ ਵੀ ਗੱਲ ਕਰ ਲਓ। ਹਾਂਜੀ ਬਿੱਟੂ ਦੀ ਵੀ ਕਰ ਲਾਂਗੇ ਆਪਾਂ। ਤੇ ਉਹਨਾਂ ਨੇ ਖੁਦ ਇਹ ਗੱਲ ਕਹੀ ਆ ਵੀ ਇਹ ਬੰਦੇ ਨੇ 4 ਕਰੋੜ ਰੁਪਇਆ, ਹਾਂਜੀ ਚੱਬੇਵਾਲ ਦੇ ਬਾਰੇ ਕਹਿ ਰਹੇ ਆ, 4 ਕਰੋੜ ਰੁਪਇਆ ਇਹਨੇ ਗਰੀਬਾਂ ਦੇ ਕੋਠਿਆਂ ਦੇ ਨਾਮ ਤੇ ਖਾਦਾ। ਮੈਂ ਇਹਦੀ ਸੀਬੀਆਈ ਜਾਂਚ ਕਰਾਉਂਗਾ, ਮੰਗੂਗਾ ਮੈਂ ਸੀਬੀਆਈ ਜਾਂਚ। ਜਿੰਨਾ ਚਿਰ ਨਾਲ ਸੀ ਉਹਨਾਂ ਚਿਰ ਨਹੀਂ, ਨਾ 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 ਉਹਨਾਂ ਚਿਰ ਦੋ ਧੋਤੇ ਹੋਣੇ, ਉਹਨਾਂ ਚਿਰ ਵਿਜੀਲੈਂਸ ਲਈ ਉਹ ਦੋਸ਼ੀ ਸੀਗੇ। ਠੀਕ ਹੈ, ਹੁਣ ਉਸ ਪਾਲੇ ਚ ਆ ਗਏ ਤੇ ਹੁਣ ਵਿਰੋਧੀਆਂ ਲਈ ਹੋ ਗਏ। ਸੋ ਇਹ ਤਕਾਜ਼ਾ ਹੈ ਇਸੋਂ ਦੀ ਸਿਆਸਤ ਦਾ। ਗੁਰਮੀਤ ਕੰਬੋਜ ਜੀ ਆਪਣੇ ਨਾਲ ਜੁੜੇ ਨੇ, ਰਾਜਕਰਨਵੀਰ ਸਿੰਘ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਮੈਂ ਦੁਬਾਰਾ ਕਾਲ ਕੀਤੀ ਹੈ, ਚਲੋ ਹੁਣ ਵਿਹਲੇ ਹੋ ਗਏ। ਹਾਂਜੀ, ਮੈਂ ਕਹਿਣਾ ਸੀ ਇਹ ਹੱਸਣ ਵਾਲੀ ਗੱਲ ਨਹੀਂ ਹੈਗੀ, ਇਹ ਨਿਰਾ ਸੀਰੀਅਸ ਹੈਗਾ। ਇਹ ਮੁਲਕ ਨੂੰ ਡਿਕਟੇਟਰਸ਼ਿਪ ਵਾਲੇ ਪਾਸੇ ਲਿਜਾ ਰਿਹਾ ਮੋਦੀ, ਤੇ ਸਾਨੂੰ ਸਾਰਿਆਂ ਨੂੰ ਸੀਰੀਅਸ ਹੋ ਕੇ ਸੁਣਨਾ। ਇਹ ਕੱਲੀਆਂ ਉਹ ਜਿਹੜੀ ਹੈ ਨਾ ਈਡੀ ਤੇ ਉਹ ਨਹੀਂ ਹੈਗਾ, ਈਡੀ ਤੇ ਇਹ ਤਾਂ ਹੁਣ ਲੀਡਰਾਂ ਨੂੰ ਉਸ ਤਰ੍ਹਾਂ ਕਰ ਰਹੇ ਆ। ਇਹ ਆਫਟਰ ਦੈਟ ਇਹਨਾਂ ਨੂੰ ਕਰਕੇ ਤੇ ਫਿਰ ਇਹਨਾਂ ਨੇ ਪਬਲਿਕ ਨੂੰ ਕਰਨਾ। ਜੀ ਜੀ ਜੀ, ਹਾਂਜੀ ਜਿਵੇਂ ਮੈਂ ਥੋੜਾ ਜਿਹਾ ਨਾ ਵੇਖਦੀ ਹੈਗੀ ਨਿਊਜ਼। ਹਾਂਜੀ ਹਾਂਜੀ, ਕੋਈ ਨਾ ਕੋਈ ਨਹੀਂ, ਸਹੀ ਹੈ। ਹਾਂਜੀ ਸੀਰੀਅਸ ਹੈਗਾ ਸਾਨੂੰ ਸਭ ਨੂੰ, ਕਿਉਂਕਿ ਜਿੱਥੇ ਕਿਤੇ ਪਹਿਲਾਂ ਤੇ ਉਹ ਲੋਕਾਂ ਕੋਲੋਂ ਕਾਲਾਂ ਕਰਾ ਕੇ ਵੀ ਇੱਧਰ ਆ ਜਾਓ, ਮੀਟਿੰਗਾਂ ਕਰਕੇ ਇੱਧਰ ਆ ਜਾਓ, ਜਦੋਂ ਉਹ ਨਹੀਂ ਐਗਰੀ ਹੁੰਦੇ ਤਾਂ ਫਿਰ ਈਡੀਆਂ ਤੇ ਉਹ ਦੂਜੀਆਂ ਉਹ ਜਿਹੜੇ ਮਰਜ਼ੀ ਛਾਪੇ ਮਾਰੋ ਤੇ ਐਲੀਗੇਸ਼ਨ ਹੋਰ ਕੋਈ ਕਿਸੇ ਹੋਰ ਦਾ ਕਾਂਡ ਕੋਈ ਹੋਰ ਦੇ ਨਾਂ ਤੇ ਪਾ ਕੇ ਤੇ ਉਹਨੂੰ ਆ ਜਾਵੇ ਜੇਲ੍ਹ 'ਚ ਚੱਲ, ਤੇ ਜੇਲ੍ਹ 'ਚ ਅਗੇ ਜ਼ਮਾਨਤ ਨਹੀਂ ਹੋਣੀ ਤੇ ਤੁਸੀਂ ਰਹੋ। ਜਿਹੜੇ 4 ਅੱਗੇ ਆਪ ਦੇ ਹੈਗੇ ਆ, ਤੁਸੀਂ ਦੇਖਿਆ ਕਈ ਹੋਰ ਜਿਹੜੇ ਡਰ ਗਏ ਤਾਂ ਇਹਨਾਂ ਨਾਲ ਰਲ ਜਾਣਗੇ, ਜਿਹੜੇ ਨਹੀਂ ਡਰਨਗੇ ਉਹਨਾਂ ਨੂੰ ਇਹਨਾਂ ਨੇ ਜੇਲ੍ਹ 'ਚ ਪਾਣਾ ਤੇ ਛੱਡਣਾ ਨਹੀਂ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਥੈਂਕ ਯੂ ਭੈਣ ਜੀ, ਧੰਨਵਾਦ ਜੀ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸੋ ਹੁਣ ਇਹਦਾ ਮਤਲਬ ਜਲੰਧਰ ਤੋਂ ਹੁਣ ਨਵਾਂ MP ਦੀ ਉਮੀਦਵਾਰੀ ਭਾਲਣੀ ਪੈਣੀ ਹੈ। ਹਾਂਜੀ, ਰਿੰਕੂ ਦਾ ਹੁਣ ਉਧਰ ਚਲਾ ਗਿਆ। ਹਾਂਜੀ, ਇਹਨਾਂ ਦੀ ਉਮੀਦਵਾਰੀ ਛੱਡ ਗਿਆ, ਹੁਣ ਇਹਨਾਂ ਨੂੰ ਵੀ ਇੱਕ ਨਵਾਂ ਕੈਂਡੀਡੇਟ ਲੱਭਣਾ ਪੈਣਾ। ਹਾਂਜੀ ਬਿਲਕੁਲ। ਇਹ ਨਾ ਉਦਾਂ ਮੈਂ ਪਿਛਲੀ ਵਾਰੀ ਜਦੋਂ ਲੋਕਾਂ ਨੇ ਆਪ ਮੁਹਾਰੇ ਆਮ ਆਦਮੀ ਪਾਰਟੀ ਨੂੰ ਜਿਤਾਇਆ, ਆਪਾਂ ਦੇਖਿਆ ਹੀ ਆ ਪੂਰੇ ਭਾਰਤ ਦੇ ਵਿੱਚੋਂ ਦੇਖਿਆ ਵੀ ਤਾਂ ਇਕੱਲੇ ਪੰਜਾਬ ਤੇ ਦਿੱਲੀ ਦੇ ਵਿੱਚ ਹੀ ਇਹਨਾਂ ਦਾ ਬੜਾ ਕਹਿ ਸਕਦੇ ਵੀ ਆਧਾਰ ਜ਼ਿਆਦਾ ਹੈ, ਵੱਡਾ ਹੈ। ਇੱਥੇ ਵੀ ਇਹਨਾਂ ਦੇ ਕੋਲ ਜਦੋਂ ਆਏ ਸੀ ਲੋਕਾਂ ਉਦੋਂ ਰਹਿ ਕੇ ਗੱਲਾਂ ਕਰਦੇ ਸੀ ਵੀ ਇਹ ਵੀ ਤਾਂ ਇਹਨਾਂ ਨੇ ਬਹੁਤ ਸਾਰੇ ਲੋਕ ਉਹ ਲਏ ਆ ਜਿਹੜੇ ਦਲ ਬਦਲ ਕੇ ਆਏ ਆ। ਹਾਂਜੀ, ਜੇ ਇੰਨੀ ਉਦਾਂ ਵੇਵ ਸੀਗੀ ਤਾਂ ਉਦੋਂ ਇਹਨਾਂ ਨੂੰ ਸ਼ਾਇਦ ਨਵਿਆਂ ਨੂੰ ਮੌਕਾ ਦੇ ਵੀ ਦਿੰਦੇ ਤਾਂ ਸ਼ਾਇਦ ਜਿੱਤ ਵੀ ਜਾਂਦੇ। 90 ਨਾਲ ਆਉਂਦੀਆਂ ਤਾਂ 80 ਆ ਜਾਂਦੀਆਂ, ਤਾਂ ਵੀ ਬਥੇਰੀਆਂ ਸੀਗੀਆਂ। ਤੇ ਪਰ ਇਹ ਸਾਰਾ ਕੁਝ ਹੋਇਆ। ਪਰ ਹੁਣ ਇਹ ਵੀ ਜਿਹੜੇ ਲੀਡਰ ਆ, ਛੋਟੇ ਲੀਡਰ ਆ, ਹੁਣ ਜੇ ਦੇਖੋ
ਇਹ ਸੁਭਾਵਿਕ ਗੱਲ ਆ। ਜਦੋਂ ਕਿਸੇ ਇੱਕ ਪਾਰਟੀ ਦਾ ਸੁਪਰੀਮੋ ਅੰਦਰ ਕੀਤਾ ਹੋਵੇ ਤੇ ਦੂਜੇ ਤਾਂ ਥਰ ਕੰਬਦੇ ਹੀ ਆ। ਹਾਂਜੀ ਹਾਂਜੀ ਵੀ ਨੰਬਰ ਤਾਂ ਸਾਡਾ ਵੀ ਇਹ ਕਿਸੇ ਵੀ ਟਾਈਮ ਲਾ ਸਕਦੇ। ਉਹ ਸੱਚਾ ਕੇਸ ਆ, ਝੂਠਾ ਕੇਸ ਆ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਉਹ ਇਹ ਤਾਂ ਵੇਖਦੇ ਆ ਨਾ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਕੋਲ ਇੰਨੀ ਕੁ ਪਾਵਰ ਆ ਵੀ ਉਹ ਉਹਨਾਂ ਦੇ ਉਲਟ ਜਿਹੜੀ ਪਾਰਟੀ ਆ ਉਹਨਾਂ ਦੇ ਸੁਪਰੀਮੋ ਨੂੰ ਚੱਕ ਕੇ ਅੰਦਰ ਜਿਹੜਾ ਉਹ ਕਰ ਸਕਦੇ ਆ। ਜੀ ਬਿਲਕੁਲ ਜੀ। ਤੇ ਆਪਾਂ ਨਾਲ ਜੁੜਦੇ ਹਾਂ ਜਿਹੜੇ ਕਾਲਰਸ ਨੇ, ਉਹਨਾਂ ਦੀ ਚਰਚਾ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਰਾਜਾ ਨੂਰਪੁਰੀਆ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਇਹਨਾਂ ਨੇ ਆਪਣਾ ਪ੍ਰਵੀਨ ਜੀ ਲੈ ਕੇ ਆਂਦਾ ਸੀਗਾ ਰਿੰਕੂ ਨੂੰ, ਤਾਂ ਉਸ ਵੇਲੇ ਦੇ ਲੋ ਵੀ 5 ਦਿਨਾਂ ਚ ਇਹਨਾਂ ਹੱਥ ਲਾ ਕੇ ਤੇ ਟਿੱਕਾ ਲਾਤਾ ਸੀਗਾ ਮੱਥੇ ਤੇ ਵੀ ਹੁਣ ਤੂੰ ਸਾਡਾ ਸਾਫ ਸੁਥਰਾ, ਤੂੰ ਹੁਣ ਸਾਫ ਸੁਥਰਾ ਹੋ ਗਿਆ ਆ, ਦਹੀਂ ਨਾਲ ਨਲਾ ਲਿਆ। ਤੇ ਫਿਰ ਦੇ ਲੋ ਮਾਨ ਸਾਹਿਬ ਫਿਰ ਉੱਥੇ ਬੱਲਾਂ ਡੇਰੇ 'ਚ ਵੀ ਪੈਸਾ ਦੇ ਕੇ ਆਏ, ਕਿਉਂਕਿ ਜਲੰਧਰ ਸੀਟ ਦੇ ਵਿੱਚ ਦਲਿਤ ਵੋਟ ਜ਼ਿਆਦਾ ਕਰਕੇ ਉਹਨਾਂ ਦਾ ਪ੍ਰਭਾਵ ਬਹੁਤ ਸੀਗਾ ਜੀ। ਉੱਥੇ ਪੈਸੇ ਦਿੱਤੇ, ਉਹਦੀਆਂ ਗਾਹਾਂ ਵੀ ਕਿਹਾ ਸੀ ਮੈਂ ਗਾਹਾਂ ਵੀ ਦੇ ਕੇ ਜਾਣੀ ਆ। ਇੰਨੇ ਕਰੋੜ ਪਤਾ ਨਹੀਂ 20-25 ਕਰੋੜ ਰੁਪਈਆ ਉਹ ਦੇ ਕੇ ਆਏ ਸੀ ਚੈੱਕ ਉੱਥੇ। ਪਹਿਲੀ ਵਾਰ ਕਿਸੇ ਸੀਐਮ ਨੇ ਡਾਇਰੈਕਟ ਡੇਰੇ ਨੂੰ ਪੈਸੇ ਦਿੱਤੇ ਆ। ਜੀ ਜੀ। ਨਹੀਂ ਤਾਂ ਕਦੇ ਕਿਸੇ ਪਿਛਲੇ ਸੀਐਮ ਨੇ ਡਾਇਰੈਕਟ ਪੈਸੇ ਦਿੱਤੇ ਨਹੀਂ, ਏਦਾਂ ਦਿੱਤੇ ਵੱਡੇ ਚੈੱਕ। ਹਾਂ ਥੋੜੇ ਬਹੁਤੇ ਦਿੱਤੇ ਹੋਣਗੇ, ਵੱਖਰੀ ਗੱਲ ਆ। ਫਿਰ ਇੱਕ ਹੋਰ ਗੱਲ ਉਹਨਾਂ ਨੇ ਕਹੀ ਸੀਗੀ, ਕਹਿੰਦੇ ਵੀ ਮੈਂ ਰਵਿਦਾਸ ਮਹਾਰਾਜ ਦੀ ਬਾਣੀ ਦੇ ਉੱਤੇ ਇੱਕ ਯੂਨੀਵਰਸਿਟੀ ਉਹ ਅੰਮ੍ਰਿਤ ਬਾਣੀ ਤੇ ਮੈਂ, ਪਰ ਜੇ ਉਹਨਾਂ ਨੂੰ ਮਾਨ ਸਾਹਿਬ ਨੂੰ ਪੁੱਛੇ ਵੀ ਭਾਈ ਸਾਹਿਬ ਜਿਹੜੀ ਬਾਣੀ ਹੈਗੀ ਉਹ ਹੈਗੀ ਤਾਂ ਗੁਰੂ ਗ੍ਰੰਥ ਸਾਹਿਬ ਜੀ, ਜਾਂ ਤਾਂ ਤੁਸੀਂ ਸਿੱਧਾ ਕਹਿ ਦੇ ਬਈ ਮੈਂ ਗੁਰੂ ਗ੍ਰੰਥ ਸਾਹਿਬ ਲਈ ਇੱਕ ਜਾਂ ਉਹਦੀ ਸੰਖਿਆ ਦੇ ਲਈ ਇੱਕ ਸੈਂਟਰ ਖੋਲ ਦੇ ਸਕਦਾ ਜੀ। ਤੁਸੀਂ ਦੇਖ ਲਓ ਵੀ ਇਹ ਬੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਰਹੇ ਆ। ਜਦੋਂ ਤੁਸੀਂ ਜਿੰਨਾ ਚਿਰ ਤੁਸੀਂ ਪਾਵਰ 'ਚ ਨਹੀਂ ਹੈਗੇ, ਤੁਸੀਂ ਜਿਹੜੀ ਗੱਲ ਕਰਨੇ ਵਾਲੀ ਲੌਜਿਕ ਉਹ ਤਾਂ ਕਰੋ, ਜਿਹੜੀ ਨਹੀਂ ਕਰਨੇ ਵਾਲੀ ਤੁਸੀਂ ਡਿਵਾਈਡੇਸ਼ਨ ਹੋਰ ਵਧਾਈ ਜਾਂਦੇ ਆ। ਪਾੜਾ ਵਧਾ ਰਹੇ ਹਾਂ ਜਿਹੜਾ ਚੈੱਕ ਦੀ ਗੱਲ ਆ ਜਾਂ ਡੇਰੇ ਦੇ ਨਾਲ, ਹੁਣ ਤੁਸੀਂ ਜਾਂਦੇ ਤਾਂ ਸਾਰੇ ਹੀ ਆ। ਹੁਣ ਤੁਸੀਂ ਪਹਿਲੀ ਵਾਰੀ ਇਹ ਕੇਜਰੀਵਾਲ ਕਹਿੰਦਾ ਸੀਗਾ ਸਾਨੂੰ ਕਿਸੇ ਡੇਰੇ ਦੀ ਲੋੜ ਨਹੀਂ ਹੈਗੀ। ਜਦੋਂ 17 ਦੀ ਵੋਟਾਂ ਉਸ ਵੇਲੇ ਵੀ ਜਾ ਕੇ ਡੈਪਿਆ, ਸਾਰਿਆਂ ਡੇਰਿਆਂ ਦੇ ਕੋਲ ਜਾ ਕੇ ਆਇਆ। ਲੋਕਾਂ ਦਾ ਜਿਹੜੇ ਬਾਹਰਲੇ ਜਿਹੜੇ ਨਾਲ ਤੁਰੇ ਸੀ ਉਸ ਦਿਨ ਮੂੰਹ ਭੰਗ ਹੋ ਗਿਆ ਭਾਈ, ਇਹ ਵੀ ਬਾਕੀ ਦਾ ਵਰਗਾ ਹੀ ਨਿਕਲਿਆ ਜੀ। ਅਸੀਂ ਤਾਂ ਆਪ ਉਹਨਾਂ ਚ ਸੀਗੇ ਕਾਫੀ, ਜਦੋਂ ਸ਼ੁਰੂਆਤ ਹੋਈ ਆ ਇਹ ਚੰਗੀਆਂ ਗੱਲਾਂ ਕਰਦਾ, ਸ਼ਾਇਦ ਕੋਈ ਚੰਗੀ ਚੀਜ਼ ਆਊਗੀ। ਪਰ ਜਦੋਂ ਪਤਾ ਲੱਗਣ ਲੱਗਿਆ, ਕਿਉਂਕਿ ਉਹ ਤਾਂ ਆਪ ਜਦੋਂ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਉਹ ਕਹਿ ਰਿਹਾ ਵੀ ਮੈਂ ਜਿਹੜਾ ਕੱਟੜ ਦੂਜਾ ਆ ਹਿੰਦੂਵਾਦੀ ਆ, ਮੈਂ ਉੱਧਰ ਨੂੰ ਜਾਣਾ। ਉਹਨੂੰ ਅੱਜ ਤੱਕ ਦੇ ਵਿੱਚ ਕੇਜਰੀਵਾਲ ਨੂੰ ਇੰਟਰਵਿਊ ਚ ਪੁੱਛਦੀ ਆ ਲੇਡੀ ਜੀ ਕਿ ਤੁਸੀਂ ਭਾਜਪਾ ਨਾਲੋਂ ਡਾਰਕ ਆ ਕਿ ਲਾਈਟ ਆ? ਉਹ ਕਹਿੰਦਾ ਮੈਂ ਤਾਂ ਉਹਨਾਂ ਨਾਲ ਵੀ ਡਾਰਕ ਆ। ਜੀ ਇਹ ਹੁਣ ਤੁਸੀਂ ਉਹ ਅਗਲਿਆਂ ਨੇ ਡਾਰਕ ਕਰਦੇ ਨੇ, ਹੁਣ ਅੰਦਰੇ ਡਾਰਕ ਕਰ ਦੇਣਾ। ਚਲੋ ਰੱਬ ਕਿਰਪਾ ਕਰੇ ਤੇ ਆ ਜਾਣ ਉਹ ਬਾਹਰ, ਵਿਚਾਰੇ ਬੰਦੇ ਬਾਨੇ ਅਦਾਸ ਹੋਏ ਫਿਰਦੇ ਆ। ਰੋਜ਼ ਕਿਤੇ ਕੁੱਟ ਜ਼ਰੂਰ ਖਾਣ, ਦਿੱਲੀ ਜਾਣਾ ਕੁੱਟ ਖਾਣੀ ਬਹੁਤ ਔਖਾ ਆ ਜੀ। ਜੀ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਆ ਜਾਣ ਘਰ ਮੁੜਿਆ, ਬੰਦੇ ਭੱਜ ਜਾਣੇ ਨਹੀਂ ਤਾਂ ਸਾਰੇ। ਪਤਾ ਨਹੀਂ ਲੱਗਦਾ ਕਿਹੜੀ ਜਿਪਸੀ ਚ ਭਾ ਕੇ ਕਿੱਥੇ ਲੈ ਜਾਣਾ। ਹਾਂਜੀ ਹਾਂਜੀ ਬਿਲਕੁਲ। ਪਰ ਦੇਖੋ ਅਸਲ ਦੇ ਵਿੱਚ ਜਿਵੇਂ ਭੈਣ ਜੀ ਹੋਰਾਂ ਨੇ ਕਿਹਾ ਨਾ ਕਿ ਮਾਮਲਾ ਬਹੁਤ ਸੀਰੀਅਸ ਹੈ, ਮਾਮਲਾ ਬਹੁਤ ਸੀਰੀਅਸ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਅਸੀਂ ਅਕਸਰ ਹੀ ਚਰਚਾ ਕਰਦੇ ਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਇੰਨਾ ਕੁਛ ਹੋਗਾ, ਕੋਈ ਐਮਐਲਏ ਬੋਲਦੇ ਨਹੀਂ, ਕੋਈ ਪਬਲਿਕ ਓਪੀਨੀਅਨ ਹੀ ਹੈ ਨਹੀਂ ਗਾ ਇਹਨਾਂ ਦਾ, ਕਿਸੇ ਗੱਲ ਦੇ ਉੱਤੇ ਕੋਈ ਟਿੱਪਣੀ ਹੈ। ਹੁਣ ਸ਼ਰਾਬ ਦੇ ਵਿੱਚ ਦੇਖ ਲਓ ਕਿੰਨੇ ਨਕਲੀ ਸ਼ਰਾਬ ਦੇ ਵਿੱਚ, ਜ਼ਹਿਰੀਲੀ ਸ਼ਰਾਬ ਦੇ ਨਾਲ, ਹਾਂਜੀ, ਤੇ ਕੋਈ ਹੈ ਹੀ ਨਹੀਂ ਕਿਸੇ ਨੂੰ। ਪਹਿਲਾਂ ਜਦੋਂ ਕੈਪਟਨ ਦੇ ਰਾਜ ਚ ਹੋਈਆਂ ਸੀ ਉਦੋਂ ਰੈਜਿਗਨੇਸ਼ਨ ਮੰਗਦੇ ਸੀਗੇ ਕਿ ਇਸ ਸੰਬੰਧਿਤ ਮਹਿਕਮੇ ਦਾ ਮੰਤਰੀ ਐਕਸਾਈਜ਼ ਵਾਲਾ ਜਿਹੜਾ ਐਕਸਾਈਜ਼ ਵਾਲਾ। ਹਾਂਜੀ ਤੁਸੀਂ ਦੇਖੋ, ਹਾਂਜੀ ਤੁਸੀਂ ਦੇਖੋ ਨਿੱਜਰ ਸਾਹਿਬ ਬੋਲੇ ਸੀ ਇੱਕ ਮਸਲੇ ਤੇ, ਉਹਨਾਂ ਨੇ ਚੱਕ ਕੇ ਮਹਿਕਮਾ ਹੀ ਖੋਲਿਆ ਉਹਨਾਂ ਤੋਂ। ਕੁਲਦੀਪ ਧਾਲੀਵਾਲ ਬੋਲੇ ਸੀ ਜਿਹੜਾ ਭਾਰਤ ਕੈਨੇਡਾ ਜੋ ਤਣਾਅ ਆਇਆ ਸੀ ਉਹਦੇ ਤੇ, ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੂੰ ਆਪਣੀ ਗੱਲ ਵਾਪਸ ਲੈ। ਐਸਾ ਤਾਂ ਕੰਜਸਟ ਮਾਹੌਲ ਇਹਨਾਂ ਨੇ ਕਰਤਾ। ਚਲੋ ਖੈਰ ਆਪਾਂ ਦੂਜੇ ਇਹ ਕੱਲੇ ਇਹ ਵੀ ਨਾ ਸੋਚੋ ਵੀ ਕੱਲੇ ਇਹੀ ਆ, ਉਹ ਦੂਜੇ ਵੀ ਇਦਾਂ ਹੀ ਕਰਦੇ ਆ। ਦੂਜੇ ਕਿਹੜਾ ਬੋਲਣ ਦਿੰਦੇ? ਨਹੀਂ ਦੂਜੇ ਕੋਈ ਵੀ ਨਹੀਂ ਬੋਲਦੇ। ਹਾਂਜੀ ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਜੀ ਅਮਨਦੀਪ ਸਿੰਘ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਐਡਰੈਸ ਦੀ, ਜਿਹੜੀਆਂ ਆਪਣੀਆਂ ਵੋਟਾਂ ਆ ਜੀ। ਸਟੇਟ ਕੈਪੀਟਲ ਆ ਜੀ ਕੈਲੀਫੋਰਨੀਆ ਦੀ, ਜਿਹੜੀ ਸਟੇਟ ਕੈਪੀਟਲ ਆ, ਤੁਸੀਂ ਗੂਗਲ ਤੇ ਸਰਚ ਕਰਨਾ ਸਟੇਟ ਕੈਪੀਟਲ। ਹਾਂਜੀ ਸਟੇਟ ਕੈਪੀਟਲ, ਠੀਕ ਹੈ ਜੀ। ਸੈਕਰਾਮੈਂਟੋ। ਹਾਂਜੀ ਨੰਬਰ ਭਾਜੀ ਬਾਅਦ ਚ ਕਾਲ ਕਰ ਲਿਓ, ਤੁਹਾਨੂੰ ਦਿਖਾ ਦੇਣੇ, ਜਾਂ ਐਡ ਸੁਣ ਲਿਓ ਬਾਅਦ ਦੇ ਵਿੱਚ। ਹਾਂਜੀ ਥੈਂਕ ਯੂ ਭਾਜੀ। ਬੈਨਰ ਤੇ ਹੈ ਨਹੀਂ ਐਡਰੈਸ, ਇਸ ਕਰਕੇ ਸੀਗਾ ਜੀ ਜੀ। ਕੋਈ ਐਡਰੈਸ ਉਹਨਾਂ ਨੇ ਲਿਖਿਆ ਨਾ ਕੈਲੀਫੋਰਨੀਆ ਕੈਪੀਟਲ, ਸੋ ਇਸ ਲਈ ਉਹ ਈਜ਼ੀ ਸਰਚ ਆ। ਹਾਂਜੀ ਠੀਕ ਹੈ ਜੀ, ਥੈਂਕ ਯੂ। ਪ੍ਰਗਟ ਬਾਲ ਜੀ, ਸਤਿ ਸ਼੍ਰੀ ਅਕਾਲ ਪ੍ਰਗਟ ਜੀ, ਤੁਸੀਂ ਆਉਣੇ ਰਹੋ ਜੀ।
ਹਾਂਜੀ ਪ੍ਰਵੀਨ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਿਸ਼ਾ ਤੁਹਾਡਾ ਬੜਾ ਡੂੰਘਾ ਅੱਜ ਜੀ। ਮੈਂ ਤੁਹਾਨੂੰ ਸ੍ਰੀ ਅੰਮ੍ਰਿਤਸਰ ਲੈ ਚੱਲਦਾ, ਆਪਣੇ ਨਾਰਥ ਹਲਕੇ ਤੋਂ। ਜੀ ਜੀ। ਤੁਸੀਂ ਕਹਿੰਦੇ ਐਮਐਲਏ ਕੋਈ ਬੋਲਦਾ ਨਹੀਂ, ਜਿਹੜਾ ਬੋਲਦਾ ਉਹਦਾ ਤੇ ਕਦੀ ਕਦੀ ਜ਼ਿਕਰ ਕਰਦਿਆ ਕਰੋ ਜੀ। ਤੁਸੀਂ ਕਹਿੰਦੇ ਆਪਣੇ ਕੁੰਵਰ ਵਿਜੇ ਪ੍ਰਤਾਪ ਸਿੰਘ? ਹਾਂਜੀ 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 ਜੀ। ਉਹਦਾ ਨਾਂ ਲੈ ਦਿਆ ਕਰੋ ਵੀ ਇੱਕ ਬੰਦਾ ਤੇ 1.25 ਲੱਖ ਤੇ ਹੈਗਾ ਹੀ ਆ। ਜੀ। ਉਹ ਜਦੋਂ ਅਸੀਂ ਪ੍ਰੋਗਰਾਮ ਕਰਦੇ ਨਾ ਸੰਦੀਪ ਸਿੰਘ ਹੋਣੀ, ਅੱਛਾ ਜੀ, ਤੇ ਉਹ ਸਿੱਖ ਦੀ ਗੱਲ ਤੋਂ ਪਰਾਂ ਨਹੀਂ ਜਾਂਦੇ। ਸਿੱਖ ਹੋਣਾ ਚਾਹੀਦਾ, ਤੇ ਸਿੱਖ 30-40 ਸਾਲ ਦੀ ਏਜ ਤੋਂ ਆਪਾਂ ਵੇਖਣ ਡਏ ਆ ਵੀ ਸਿੱਖਾਂ ਦੇ ਰੂਪ ਚ ਕਿੰਨੇ ਘਿਨਾਉਣੇ ਪਾਪੀ ਨਿਕਲੇ ਆ। ਜੀ। ਤੇ ਉਹਨੇ ਇਕੱਲੇ ਬੰਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਈ। ਡੀਜੀਪੀ ਬਣਦਾ ਕੀ ਬਣਦਾ, 10 ਸਾਲ ਪਹਿਲਾਂ ਹੀ ਰਿਜ਼ਾਈਨ ਕਰਕੇ ਆ ਗਿਆ ਵੀ ਜੇ ਕੈਪਟਨ ਸਾਹਿਬ ਤੁਸੀਂ ਜਿਹੜੇ ਕੇਸ ਨੂੰ ਮੈਂ ਫੜਿਆ ਵਾ ਉਹਨੂੰ ਤੁਸੀਂ ਮੇਰੀ ਰਿਪੋਰਟ ਰੱਦ ਕਰਦੀ ਹੈ, ਤੇ ਅੱਜ ਵੇਖ ਲਓ ਐਮਐਲਏ ਵੀ ਬਣਿਆ ਫੇਰ ਉਹਦੀ ਗੱਲ ਨਹੀਂ ਸੁਣਦੇ। ਹੁਣ ਉਹਨੇ ਪਾਈ ਵੀ 113ਵਾਂ ਮੱਦ ਹੀ ਮੇਰਾ ਪਹਿਲੀ ਮੀਟਿੰਗ ਚ ਅਸੈਂਬਲੀ ਚ, ਤੇ ਉਹਦੇ ਤੇ ਚਿੱਠੀ ਆ ਗਈ ਵੀ ਤੁਹਾਡਾ ਜਿਹੜਾ ਸਵਾਲ ਹੈ ਉਹ ਨੋਟ ਹੋ ਗਿਆ। ਸਟਾਰ ਤੇ ਲੱਗ ਗਿਆ ਵਾ। ਫੇਰ ਸਟਾਰ ਤੇ ਦੱਸਦੇ ਅਸੈਂਬਲੀ ਚ ਜਵਾਬ ਦੇਣਾ ਪੈਂਦਾ। ਉਹ ਤਰਨਤਾਰਨ ਵਾਲੇ ਜਿਹੜੇ 120-25 ਕੈਪਟਨ ਦੇ ਮਾਰੇ ਸੀ ਵੀ ਉਹਦੀ ਰਿਪੋਰਟ ਕੀ ਆ, ਤੇ ਉਹ ਮੁੜ ਕੇ ਚਿੱਠੀ ਆ ਗਈ ਵੀ ਸਟਾਰ ਲਾਤਾ ਤੇ ਆਰਡੀਨਰੀ ਕਰਤਾ, ਤੇ 2 ਸਾਲ ਲੰਘ ਗਏ ਉਹਦਾ ਜਵਾਬ ਨਹੀਂ ਦਿੱਤਾ। ਤੇ ਉਹ ਕੱਲ ਵੀਡੀਓ ਮੈਂ ਵੇਖਣ ਡਿਆ ਵੀ ਉਹਦਾ ਜੇ ਜਵਾਬ ਦਿੱਤਾ ਹੁੰਦਾ, ਉਹਦਾ ਕੋਈ ਐਕਸ਼ਨ ਕੀਤਾ ਹੁੰਦਾ, ਤੇ ਜਿਹੜੇ ਹੁਣ ਮਰੇ ਆ ਇਹ ਵੱਜਣੇ ਹੀ। ਜੀ ਬਿਲਕੁਲ ਬਚ। ਤੇ ਇਹ ਕਰਕੇ ਵੇਖੋ, ਉਹ ਇੱਕੋ ਗੱਲ ਹੀ ਕਹਿੰਦਾ, ਪਟਨਾ ਸਾਹਿਬ ਤੋਂ ਪੈਦਾ ਹੋ ਕੇ ਆਇਆ ਤੇ ਅੰਮ੍ਰਿਤਸਰ ਜਦੋਂ ਦਾ ਉਹਨੇ ਵਕਤ ਪਾਇਆ, ਪਹਿਲਾਂ ਉਹਨੇ ਮੇਅਰ ਗਲਤ ਕੰਮ ਕਰਦਾ ਫੜਿਆ ਹੈਗਾ ਭਾਰਤੀ ਜਨਤਾ ਪਾਰਟੀ ਦਾ, ਤੇ ਉੱਥੇ ਪਰਚਾ ਦਿੱਤਾ ਸੀ। ਉਦੋਂ ਐਸਪੀ ਹੁੰਦਾ ਸੀ। ਹਾਂਜੀ। ਤੇ ਅੱਜ ਵੀ ਉਹ ਆਂਦਾ ਵੀ ਜਿੱਥੇ ਕੋਰਟਾਂ 'ਚ ਸੱਜਣਾ ਮਿੱਤਰਾਂ 'ਚ ਆ ਜਿਹੜੇ ਸਿੱਖਾਂ ਦੇ ਰੂਪ 'ਚ ਭੇਖ ਵਿਖਾ ਕੇ ਬਿਆਨ ਬਦਲ ਲੈਂਦੇ, ਉਹਨਾਂ ਨੂੰ ਸਜ਼ਾ ਗੁਰੂ ਗੋਬਿੰਦ ਸਿੰਘ ਦਊਗਾ। ਪਹਿਲਾਂ ਬਾਦਲਾਂ ਨੂੰ ਦਿੱਤੀ ਬਰਗਾੜੀ ਕਾਂਡ ਕੋਟਕਪੂਰੇ ਵਾਲੀ 'ਚ, ਫਿਰ ਕੈਪਟਨ ਨੂੰ ਦਿੱਤੀ, ਫਿਰ ਚੰਨੀ ਨੂੰ ਦਿੱਤੀ। ਹੁਣ ਕੇਜਰੀਵਾਲ ਕਹਿੰਦਾ 24 ਘੰਟਿਆਂ 'ਚ ਮੈਂ ਨਿਆਂ ਕਰ ਦੂੰ, ਤੇ ਹੁਣ ਉਹ ਵੀ ਚਲ ਗਿਆ ਜੇਲ੍ਹ 'ਚ। ਹੁਣ ਵੇਖੋ ਮਾਨ ਸਾਹਿਬ ਦੀ ਕਦੋਂ ਵਾਰੀ ਆਉਂਦੀ। ਧੰਨਵਾਦ ਜੀ। ਜੀ। ਨਹੀਂ ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਮੈਂ ਤੁਹਾਨੂੰ 1-2 ਗੱਲਾਂ ਹੋਰ ਜਿਹੜੀਆਂ ਨਾਲ ਐਡ ਕਰ ਦਿੰਦਾ। ਇੱਕ ਤਾਂ ਉਹਨਾਂ ਦੀ ਜਿਹੜੀ ਆਪਾਂ ਗੱਲਬਾਤ ਦੇਖੀ ਸੀ, ਉਹਨਾਂ ਦੇ ਬਾਰੇ ਜਦੋਂ ਉਹਨਾਂ ਨੇ ਸਪੀਕਰ ਸਾਹਿਬ ਨੂੰ ਘੇਰਿਆ ਸੀਗਾ, ਰਾਜ ਕਰਮਵੀਰ ਸਿੰਘ ਜੀ। ਸਪੀਕਰ ਸਾਹਿਬ ਉੱਥੇ ਜਾ ਕੇ ਆਏ ਸੀ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ, ਤੇ ਗੋਲੀਕਾਂਡ ਮਾਮਲੇ ਦੇ ਵਿੱਚ, ਤੇ ਉੱਥੇ ਬਹਿ ਕੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ 3 ਮਹੀਨਿਆਂ ਦੇ ਵਿੱਚ ਇਨਸਾਫ ਦਿਵਾਉਂਗਾ, ਤੇ ਜੇ ਨਾ ਦਿਵਾ ਸਕਿਆ ਤੇ ਮੈਂ ਸਪੀਕਰ ਦੀ ਕੁਰਸੀ ਤੇ ਵੀ ਨਹੀਂ ਰਹਾਂਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸ ਤੋਂ 3 ਮਹੀਨਿਆਂ ਬਾਅਦ ਉਹਨਾਂ ਨੂੰ ਯਾਦ ਕਰਾਇਆ। ਇਹਨਾਂ ਦੇ ਫੌਜਾ ਸਿੰਘ ਸਰਾਰੀ ਗਏ ਸੀ ਉੱਥੇ, ਉਹ ਵੀ ਭਰੋਸਾ ਦੇ ਕੇ ਆਏ ਸੀ। ਇਹ ਗੱਲ ਨਹੀਂ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪਾਂ ਜ਼ਿਕਰ ਨਹੀਂ ਕਰਦੇ, ਬਿਲਕੁਲ ਕਰੀਦਾ। ਔਰ ਅੱਜ ਕੱਲ੍ਹ ਤਾਂ ਪੋਸਟਾਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ, ਹਰ ਮਸਲੇ ਤੇ ਉਹਨਾਂ ਦੀ ਪੋਸਟ ਹੁੰਦੀ ਹੈ, ਹਰ ਮਸਲੇ ਤੇ। ਕੁੰਵਰ ਵਿਜੇ ਪ੍ਰਤਾਪ ਉਹ ਸ਼ਖਸ ਹੈ ਜਿਹਨੂੰ ਸ਼ਾਮਲ ਕਰਨ ਅਰਵਿੰਦ ਕੇਜਰੀਵਾਲ ਆਏ ਸੀਗੇ ਖੁਦ, ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਬੰਦੇ ਨੇ ਆਪਣੀ ਪੁਲਿਸ ਫੋਰਸ ਦੀ ਨੌਕਰੀ ਛੱਡੀ ਹੈ, ਅਸੀਂ ਜਿਹੜੇ ਇਹਦੇ ਐਲੀਗੇਸ਼ਨ ਨੇ ਉਹਨਾਂ ਮਾਮਲਿਆਂ ਦੇ ਵਿੱਚ ਨਿਆਂ ਦੇਵਾਂਗੇ। ਅੱਜ ਉਹ ਇਹਨਾਂ ਦੇ ਤਰਫੋਂ ਐਮਐਲਏ ਨੇ, ਉਸ ਮਾਮਲਿਆਂ 'ਚ ਨਿਆਂ ਤਾਂ ਦੇਣਾ ਬਹੁਤ ਦੂਰ ਦੀ ਗੱਲ। ਉਹਨਾਂ ਦੇ ਚਿੱਠੀਆਂ ਦੇ ਜਵਾਬ ਨਹੀਂ ਦਿੰਦੇ। ਤੇ ਉਹ ਜਿਹੜੇ ਉਹਨਾਂ ਨੇ ਜਿਹੜੀ ਗੱਲ ਛੂਈ ਸੀਗੀ ਵੀ ਸਾਡੇ ਦੇਖੋ, ਕੋਈ ਵੀ ਮਸਲਾ ਸਥਾਪਿਤ ਅਦਾਲਤ ਦੇ ਵਿੱਚ ਤਾਂ ਹੋਣਾ ਨਾ ਜੇ ਐਵੀਡੈਂਸ ਰੱਖੇ ਜਾਣਗੇ, ਜੇ ਉੱਤੇ ਜ਼ਿਰਾ ਹੋਊਗੀ। ਜਦੋਂ ਡੇਰੇ ਦੇ ਵਿਰੁੱਧ ਜਿਹੜੇ ਗਵਾਹ ਸੀਗੇ ਉਹ ਪੰਜਾਬ ਛੱਡ ਭੱਜੀ ਜਾਂਦੇ ਆ, ਤੇ ਸਰਕਾਰ ਉਹਨਾਂ ਨੂੰ ਰੋਕ ਨਹੀਂ ਪਾ ਰਹੀ, ਤੇ ਸਰਕਾਰ ਕੋਲ ਇਸ ਗੱਲ ਦਾ ਜਵਾਬ ਨਹੀਂ ਅੱਜ ਤੱਕ ਕਿ ਤੁਸੀਂ ਬਹਿਬਲ ਕਲਾਂ ਦੀ ਜਿਹੜੀ ਤਫਤੀਸ਼ ਹੈ, ਜਿਹੜੇ ਫਰੀਦਕੋਟ ਦੇ ਵਿੱਚ ਤੁਸੀਂ ਐਫੀਡੇਵਿਟ ਦਿੱਤੇ ਆ, ਚਾਰਜਸ਼ੀਟ ਦਾਖਲ ਕੀਤੀ ਹੈ, ਉਹਨਾਂ 'ਚ ਕੌਣ ਦੋਸ਼ੀ ਹੈ? ਹਾਂਜੀ ਹਾਂ, ਉਹਨਾਂ ਮਸਲਿਆਂ 'ਚ ਕੋਈ ਜਵਾਬ ਨਹੀਂਗਾ। ਖੈਰ, ਜਸਵੀਰ ਸਿੱਧੂ ਜੀ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਵਿੱਚ ਰੱਖਦੇ ਹਾਂ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ। ਅੱਛਾ, ਆਪਣੇ ਲੀਡਰਾਂ ਇਹ ਹਾਲ ਆ ਜੀ ਹਿੰਦੁਸਤਾਨ ਦੇ ਵੀ ਵਿਆਹੀ ਕਿਸੇ ਹੋਰ ਨਾਲ ਚੱਲੀ, ਕਿਸੇ ਹੋਰ ਨਾਲ ਬਚ ਕੇ ਰਹੀ ਚਲਾਕ ਸੱਜਣਾ, ਉਹ ਹਿਸਾਬ ਦਾ। ਪਰ ਯਾਰ ਇਹਨਾਂ ਤੇ ਕੋਈ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ, ਜਾਂ ਲੋਕਾਂ ਨੂੰ ਚਾਹੀਦਾ ਵੀ ਭਾਈ ਜੇ ਤੁਹਾਡੇ ਤੋਂ ਵੋਟਾਂ ਲੈ ਕੇ ਹੋਰ ਪਾਰਟੀ ਮੁੜ ਕੇ ਤੁਸੀਂ ਵੜ ਜਾਂਦੇ ਹੋਰ ਛਤਰੀ ਤੇ ਨਾ, ਇਹਨਾਂ ਦੇ ਦੁਆਰਾ ਡੰਡਾ ਕੱਢਣਾ ਚਾਹੀਦਾ। ਨਹੀਂ ਦੇਖੋ, ਥੈਂਕ ਯੂ, ਧੰਨਵਾਦ ਜੀ ਸਿੱਧੂ ਸਾਹਿਬ, ਥੈਂਕ ਯੂ।
ਇਹਦਾ ਤਾਂ ਮੈਨੂੰ ਲੱਗਦਾ ਇੱਕ ਹੀ ਇਲਾਜ ਆ ਵੀ ਜਦੋਂ ਪਾਰਟੀ ਛੱਡੇ ਜੇ ਉਹ ਚੱਲਦੀ ਦੇ ਵਿੱਚ ਤਾਂ ਟਰਮ ਦੀ ਦੁਬਾਰਾ ਉੱਥੇ ਇਲੈਕਸ਼ਨ ਕਰਾਈ ਜਾਵੇ ਜੀ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਉਦਾਂ ਦਾ ਫਿਰ ਕਿਉਂ ਇਦਾਂ ਫਿਰ ਈਜ਼ੀ ਬਹੁਤ ਹੋ ਜਾਂਦਾ ਹੈ ਟਰਮਾਂ ਕੰਪਲੀਟ ਹੋ ਜਾਂਦੀਆਂ ਹਾਂਜੀ ਹੁੰਦਾ ਕੁਝ ਨਹੀਂ ਆ ਬਾਅਦ ਦੇ ਵਿੱਚ ਫਿਰ ਉੱਥੇ ਦਾ ਉੱਥੇ ਜਿਹੜਾ ਉਹ ਰਹਿੰਦਾ ਹਾਂ ਇਕੱਠੇ ਹੋ ਕੇ ਬਦਲਣ ਵਾਲੇ ਦੇ ਉੱਤੇ ਉਹਨਾਂ ਨੇ ਜ਼ਰੂਰ ਕਰਤਾ ਵੀ ਦੂਜੀ ਕਿਤੇ ਪਾਰਟੀ ਨੂੰ ਮੌਕਾ ਨਾ ਮਿਲ ਜੇ ਬਣਾਉਣ ਦਾ ਉੱਚ ਥੋੜਾ ਬਹੁਤਾ ਉਹਨਾਂ ਨੇ ਗੁੰਜਾਇਸ਼ ਛੱਡ ਲਈ ਪਰ ਇੱਥੇ ਅਜੇ ਵੀ ਚੱਲੀ ਜਾਂਦਾ ਜੀ ਬਿਲਕੁਲ ਤੁਸੀਂ ਦਲ ਬਦਲੂ ਕਾਨੂੰਨ ਦੀ ਗੱਲ ਕੀਤੀ ਹੈ ਜੀ 1985 ਦੇ ਵਿੱਚ ਦਲ ਬਦਲੂ ਕਾਨੂੰਨ ਬਣਾਇਆ ਗਿਆ ਸੀਗਾ ਤੇ 1985 ਦੇ ਵਿੱਚ ਜਦੋਂ ਇਹ ਕਾਨੂੰਨ ਬਣਾਇਆ ਗਿਆ ਸੀਗਾ ਉਸ ਤੋਂ ਬਾਅਦ ਇਹ ਹੋਇਆ ਕਿ 1/3 ਜਾਂ ਜਿੰਨੀ ਵੀ ਗਿਣਤੀ ਹੈ ਉਹਨਾਂ ਦਾ ਇੱਕ ਹਿੱਸਾ ਜੇ ਬਦਲਦਾ ਤਾਂ ਫਿਰ ਉਹਨਾਂ ਤੇ ਕਾਰਵਾਈ ਹੋਊਗੀ ਇਹਨਾਂ ਨੇ ਉਹ ਵੀ ਚੀਜ਼ਾਂ ਇੰਪਲੀਮੈਂਟ ਕਰਤੀਆਂ ਮੱਧ ਪ੍ਰਦੇਸ਼ 'ਚ ਸਰਕਾਰ ਤੋੜੀ ਉਨੇ ਹੀ ਤੋੜ ਕੇ ਲਿਆਂਦੇ ਜਿੰਨੇ ਨਾਲ ਮਹਾਰਾਸ਼ਟਰ ਦੇ ਵਿੱਚ ਸਰਕਾਰ ਤੋੜੀ ਉਨੇ ਹੀ ਤੋੜ ਕੇ ਲਿਆਂਦੇ ਜਿਨ੍ਹਾਂ ਦੇ ਬਾਕੀ ਫੇਜ਼ ਕਰ ਲੈਣਗੇ ਨਾ ਇੱਕ ਪਹਿਲਾਂ ਕੁਝ ਤੋੜਦੇ ਫਿਰ ਕੁਝ ਤੋੜਦੇ ਫਿਰ ਹੌਲੀ ਹੌਲੀ ਕਰ ਲੈਣਗੇ ਪੂਰੇ ਹਾਂਜੀ ਹੁਣ ਹਿਮਾਚਲ ਦੇ ਵਿੱਚ ਕੀ ਹੋਇਆ ਪਿਆ ਹਿਮਾਚਲ ਦੇ ਵਿੱਚ ਇਹੀ ਸਥਿਤੀ ਹੈ 9 ਵਿਧਾਇਕ ਬਾਗੀ ਹੋਏ ਆ ਉੱਥੇ ਜ਼ਿਮਨੀ ਚੋਣ ਹੋਣੀ ਹੈ ਭਾਜਪਾ ਨੇ 9 ਦੇ 9 ਨੂੰ ਟਿਕਟਾਂ ਦਿੱਤੀਆਂ 8 9 ਨੂੰ ਕੀ ਕਰੋਗੇ ਤੁਸੀਂ ਜਿੱਤੇ ਪਾਲੇ ਵਾਸ਼ਿੰਗ ਮਸ਼ੀਨ 'ਚ ਧੋਤੇ ਵੜ ਕੇ ਰਵਨੀਤ ਬਿੱਟੂ ਇੱਕ ਨਾ ਜਦੋਂ ਆਏ ਸੀ ਰਾਜਕਰਨਵੀਰ ਸਿੰਘ ਜੀ ਖੇਤੀ ਕਾਨੂੰਨ ਕਾਲੇ ਖੇਤੀ ਕਾਨੂੰਨ ਜੀ ਜਿਹੜੀ ਭਾਜਪਾ ਚ ਅੱਜ ਬਿੱਟੂ ਜੀ ਹੈਗੇ ਨੇ ਉਸੇ ਭਾਜਪਾ ਨੇ ਅਜੇ ਤੱਕ ਹਾਂਜੀ ਉਹ ਜਦੋਂ ਆਏ ਸੀਗੇ ਇਹ ਕਹਿੰਦੇ ਸੀ ਹਰਜੀਤ ਗਰੇਵਾਲ ਨੂੰ ਕਹਿੰਦੇ ਯਾਰ ਕਿਉਂ ਤੂੰ ਪੱਤਰਕਾਰ ਨੂੰ ਕਹਿੰਦੇ ਕਿਉਂ ਤੂੰ ਮੇਰੀ ਜੁੱਤੀ ਲਵਾਉਣੀ ਹੈ ਇਹਦੇ ਸਾਹਮਣੇ ਇਹਨਾਂ ਲੋਕਾਂ ਨੂੰ ਕਿਉਂ ਲੈ ਕੇ ਆਉਣਾ ਕਹਿੰਦੇ ਇਹਦੇ ਕਰਕੇ ਸਾਨੂੰ ਧਰਨਿਆਂ 'ਚ ਨਹੀਂ ਬੈਠਣ ਦਿੰਦਾ ਕੋਈ ਇਹਨਾਂ ਦੇ ਕਾਲੇ ਕੰਮਾਂ ਕਰਕੇ ਮਤਲਬ ਉਸ ਭਾਜਪਾ ਨੂੰ ਸੰਬੋਧਨ ਕਰ ਰਹੇ ਸੀ ਏਦਾਂ ਵੀ ਮੈਂ ਜੁੱਤੀ ਲਾ ਲੈਣੀ ਆ ਹਾਂਜੀ ਅੱਜ ਕਿੱਥੇ ਨੇ ਅੱਜ ਭਾਜਪਾ ਚ ਨੇ ਭਾਜਪਾ ਪੁੜੀ ਕੀ ਕਹਿੰਦੇ ਤਾਂ 2 ਲੱਖ ਵੋਟ ਤੋਂ ਹਾਰਦੇ ਹਾਂਜੀ ਬਿਲਕੁਲ ਸੋ ਮਤਲਬ ਟੋਟਲੀ ਸਾਰੇ ਜਿਹੜੇ ਨੇ ਉਹ ਕੋਈ ਸਾਰਥਕਤਾ ਨਹੀਂ ਇੱਥੇ ਕੋਈ ਇਹ ਨਹੀਂ ਆ ਵੀ ਇਹਦੇ ਵਿੱਚੋਂ ਕੋਈ ਨਿਚੋੜ ਕੁਛ ਵੀ ਤੁਸੀਂ ਪੋਜ਼ਿਟਿਵ ਇਹਦੇ ਵਿੱਚੋਂ ਤੁਸੀਂ ਕੁਝ ਕੱਢ ਸਕੋਗੇ ਜੀ ਮੌਕਾ ਪ੍ਰਸਤੀ ਦੀ ਹੱਦ ਹੀ ਆ ਬਿਲਕੁਲ ਜਿਹੜੀ ਨਾ ਰੈਸਲਿੰਗ ਦੇਖਦੇ ਆ ਨਾ ਜਿਹੜੇ ਨਿਆਣੇ ਦੇਖਦੇ ਰਹੇ ਹੋਣੇ ਆ ਰੈਂਡੀ ਔਰਟਨ ਬੜਾ ਮਸ਼ਹੂਰ ਸੀਗਾ ਉਹ ਮੌਕਾ ਤਾੜ ਕੇ ਜਿਹਨੂੰ ਵੀ ਆ ਨਾ ਦਾਲ ਆ ਜਾਂਦਾ ਸੀਗਾ ਇਹ ਸਾਰੇ ਦੇ ਸਾਰੇ ਰੈਂਡੀ ਔਰਟਨ ਬਣੇ ਆ ਓਪਰਚੂਨਿਸਟ ਕਹਿੰਦੇ ਆ ਮੌਕਾ ਪ੍ਰਸਤ ਨਾ ਵੀ ਉਹ ਇਸ ਟਾਈਮ ਇਦਾਂ ਦੇ ਜਿਹੜੇ ਉਹ ਬਣੇ ਪਏ ਆ ਸੋ ਛੱਡਦੇ ਨਹੀਂ ਮੌਕਾ ਵੀ ਨਿਤਿਸ਼ ਕੁਮਾਰ ਤੋਂ ਮਿਲਦਾ ਡਿਗਰੀਆਂ ਲੈ ਰਹੇ ਆ ਸਾਰੇ ਵਾਰੀ ਚ ਵੀ ਤਜਰਬਾ ਬਹੁਤ ਵੱਡਾ ਮੌਸਮ ਵਿਗਿਆਨੀ ਜਿਹਨੂੰ ਆਖਿਆ ਜਾਂਦਾ ਆ ਇਹ ਮੌਸਮ ਦੀ ਮਾਰ ਦੇ ਨਾਲ ਕਹਿ ਲੋ ਜਾਂ ਬਾਹ ਮਰੋੜੀ ਕਹਿ ਲੋ ਤੇ ਜਾਂ ਲਾਲਚ ਕਹਿ ਲੋ ਇਹ ਚੀਜ਼ਾਂ ਚੋਂ ਸਾਰਿਆਂ ਚੋਂ ਕੁਛ ਨਾ ਕੁਛ ਤਾਂ ਜਿਹੜਾ ਇਹ ਦੇਖ ਕੇ ਬੜੀ ਜਲਦੀ ਪਾਲਾ ਜਿਹੜਾ ਉਹ ਬਦਲ ਜਾਂਦਾ ਹੁਣ ਅੱਜ ਇਹ ਕਹਿ ਰਹੇ ਨੇ ਕਿ ਜੀ ਆਪਣੇ ਜਿਹੜੇ ਗਏ ਨੇ ਅੰਗਰਾਜ ਸਾਹਿਬ ਤੇ ਜਾਂ ਦੂਜੇ ਉਹ ਗੱਦਾਰ ਨੇ ਮਤਲਬ ਉਹ ਸਾਡੇ ਨਾਲ ਧੋਖਾ ਕਰ ਗਏ ਜਿਵੇਂ ਤੁਸੀਂ ਕਿਹਾ ਸੀਗਾ ਵੀ ਉਹ ਤਾਂ ਪਹਿਲਾਂ ਹੀ ਉਧਰੋਂ ਆਏ ਸੀ ਉਦੋਂ ਉਹ ਦੂਜੇ ਗਦਾਰ ਕਹਿ ਰਹੇ ਹੋਣੇ ਆ ਇਸੇ ਤਰ੍ਹਾਂ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੇਤਾ ਕਰਾ ਦਈਏ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿਹੜੇ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਤੋਂ ਜਿੱਤੇ ਨੇ ਇਹ ਕਿੱਥੋਂ ਆਏ ਆ ਗੁਰਮੀਤ ਸਿੰਘ ਖੁੱਡੀਆਂ ਇਹ ਕਿੱਥੋਂ ਆਏ ਆ ਜਗਰੂਪ ਗਿੱਲ ਬਠਿੰਡਾ ਸ਼ਹਿਰੀ ਤੋਂ ਜਿੱਤਿਆ ਹੋਇਆ ਇਹ ਕਿੱਥੋਂ ਆਇਆ ਇਸੇ ਤਰ੍ਹਾਂ ਜੇ ਆਪਾਂ ਹੋਰ ਦੀ ਗੱਲ ਕਰੀਏ ਇਦਾਂ ਜਿਨ੍ਹਾਂ ਦੇ ਵਿੱਚ ਅਜੀਤਪਾਲ ਕੋਹਲੀ ਹੈ ਇਹ ਕਿੱਥੋਂ ਆਏ ਨੇ ਲਹਿਰਾ ਗਾਗਾ ਤੋਂ ਵਰਿੰਦਰ ਕੁਮਾਰ ਗੋਇਲ ਹੈ ਇਹ ਕਿੱਥੋਂ ਆਇਆ ਸਰਦੂਲਗੜ੍ਹ ਤੋਂ ਗੁਰਪ੍ਰੀਤ ਬਣਾਵਾਲੀ ਵਿਧਾਇਕ ਹੈ ਇਹ ਕਿੱਥੋਂ ਹੈ ਗੁਰਪ੍ਰੀਤ ਗੋਪੀ ਪੱਛਮੀ ਲੁਧਿਆਣਾ ਤੋਂ ਬਣਿਆ ਇਹ ਕਿੱਥੋਂ ਹੈ ਮੋਹਾਲੀ ਤੋਂ ਕੁਲਵੰਤ ਸਿੰਘ ਹੈ ਇਹ ਕਿੱਥੋਂ ਨੇ ਦੂਜੀਆਂ ਪਾਰਟੀਆਂ ਚੋਂ ਤੁਸੀਂ ਇੰਪੋਰਟ ਕੀਤੇ ਸੀਗੇ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਸੀ ਜਦੋਂ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਇਹ ਦੇਖਦੇ ਆ ਵੀ ਇਹ ਬੰਦੇ ਨੇ ਮੌਕਾ ਤਾੜਿਆ ਤੁਸੀਂ ਮੌਕਾ ਤਾੜਿਆ ਨਾ ਜਦੋਂ ਲਿਆਂਦੇ ਅੱਜ ਉਹਨਾਂ ਨੂੰ ਦੂਜੇ ਥਾਂ ਮੌਕਾ ਦੇਸਿਆ ਅੱਜ ਦੂਜੇ ਥਾਂ ਚਲੇ ਗਏ ਜਦੋਂ ਗੱਲ ਸਿਧਾਂਤ ਤੇ ਨਹੀਂ ਖੜੀ ਸਿਧਾਂਤ ਮੁਤਾਬਕ ਤਾਂ ਤੁਸੀਂ ਕਹਿੰਦੇ ਸੀ ਅਸੀਂ ਵਲੰਟੀਅਰ ਪੈਦਾ ਕਰਾਂਗੇ ਜੀ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਪਰ ਇਹ ਮੌਕੇ ਕਿਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਲਾ ਕੇ ਗੱਲਾਂ ਕਰਦੇ ਹੁੰਦੇ ਸੀ ਕਿਉਂਕਿ ਭਗਵੰਤ ਮਾਨ ਜਾਣੇ ਜਾਂਦੇ ਆ ਇਹ ਸਪੀਚ ਦੇ ਵਿੱਚ ਸਪੀਚ ਕਰਨ ਦੇ ਵਿੱਚ ਸਟਾਇਰ ਦੇ ਵਿੱਚ ਤਾਂ ਕੋਈ ਮੁਕਾਬਲਾ ਨਹੀਂ ਇਹ ਗੱਲ ਫੁਰਦੀ ਕਿੰਨੀ ਆ ਕੱਲ ਆਉਣੀ ਕਦੋਂ ਕਿੱਦਾਂ ਕੀ ਕਹਿ ਦੇਣੀ ਆ ਵੀ ਇਹਦੇ ਵਿੱਚ ਕੋਈ ਨਹੀਂ ਆ ਅੱਜ ਲੋਕ ਉਹੀ ਗੱਲਾਂ ਇਹਨਾਂ ਨੂੰ ਹੀ ਜਿਹੜੀਆਂ ਸੁਣਾ ਰਹੇ ਆ ਇਹ ਨਹੀਂ ਆ ਵੀ ਉਹ ਪਹਿਲਾਂ ਵੀ ਧੋਖਾ ਉਸ ਬੰਦੇ ਨੇ ਕੀਤਾ ਉਹਨੇ ਹੁਣ ਵੀ ਕੀਤਾ ਆਉਣ ਵਾਲੇ ਸਮੇਂ ਤੇ ਜਦੋਂ ਉਹਨੂੰ ਮੌਕਾ ਮਿਲਣਾ ਉਹਨੇ ਫੇਰ ਕਰਨਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਭਾਰਤ ਦੀ ਜਿਹੜੀ ਬਹੁਤੀ ਸਿਆਸਤ ਆ ਉਹ ਸਿਧਾਂਤਹੀਨ ਆ ਉੱਥੇ ਸਿਧਾਂਤ ਦਾ ਕੋਈ ਮਤਲਬ ਨਹੀਂ ਸਿਰਫ ਕੁਰਸੀ ਹੀ ਜਿਹੜੀ ਪਰਮ ਪੂਜੇ ਜਿਹਨੂੰ ਕਹਿੰਦੇ ਆ ਨਾ ਵੀ ਉਹੀ ਆ ਉਹਦੇ ਨਾਲ ਹੀ ਜਿਹੜਾ ਉਹ ਚੱਲਦੇ ਬਿਲਕੁਲ ਬ੍ਰੇਕ ਲੈ ਲਈਏ ਬ੍ਰੇਕ ਦੀ ਰੁਕਦੇ ਆਪਾਂ ਜਲਦ ਵਾਪਸ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਤੇ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਸਟੂਡੀਓ ਦੇ ਵਿੱਚ ਤੁਸੀਂ ਵੀ ਇਹਨਾਂ ਦਲ ਬਦਲੂਆਂ ਬਾਰੇ ਟਿੱਪਣੀ ਕਰ ਸਕਦੇ ਆ ਭਾਜਪਾ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਜਿਹਦੇ ਬਾਰੇ ਵੀ ਤੁਸੀਂ
ਕੋਈ ਚਲਾ ਗਿਆ ਸੀ, ਆ ਗਿਆ, ਹੁਣ ਛਾਲਾਂ ਮਾਰ ਗਿਆ, ਕੋਈ ਮਰਜ਼ੀ ਤੁਸੀਂ ਟਿੱਪਣੀ ਕਰ ਸਕਦੇ ਆ। ਜੋ ਸਿਆਸੀ ਤੌਰ ਤੇ ਅਸੀਂ ਬਿਰਤਾਂਤ ਦੇਖ ਰਹੇ ਹਾਂ ਉੱਥੇ ਚੱਲ ਰਹੇ, ਤੇ ਇਹਨਾਂ ਮਾਮਲਿਆਂ ਤੇ ਟਿੱਪਣੀ ਕਰਨ ਦੇ ਲਈ ਨੰਬਰ ਹੈ ਸਟੂਡੀਓ ਦਾ 468 272 5200। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਚਰਚਾ ਕਰ ਰਹੇ ਹਾਂ ਦਲ ਬਦਲੂਆਂ ਦੇ ਬਾਰੇ, ਦਲ ਬਦਲਣ ਦੀ ਜਿਹੜੀ ਆਦਤ ਹੈ ਉਹਦੇ ਬਾਰੇ, ਤੇ ਦਲ ਬਦਲਣ ਦੇ ਨਾਲ ਜਿਹੜੇ ਸਿਧਾਂਤ ਜਾਂ ਹੋਰ ਚੀਜ਼ਾਂ ਜਿਹਨੇ ਛਿੱਕੇ ਟੰਗ ਦਿੱਤੇ ਮੰਨਫੀ ਨੇ, ਹਾਂਜੀ ਮੰਨਫੀ ਹੋ ਚੁੱਕੀਆਂ ਨੇ ਸਿਆਸਤ ਦੇ ਵਿੱਚੋਂ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਇਹਨਾਂ ਚੀਜ਼ਾਂ ਉੱਤੇ ਤੁਸੀਂ ਵੀ ਜੁੜ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਉੱਤੇ ਤੁਸੀਂ ਕੋਈ ਵੀ ਸਿਆਸੀ ਟਿੱਪਣੀ ਕਰਨਾ ਚਾਹੁੰਦੇ ਆ ਤਾਂ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਜੀ। ਬਿਲਕੁਲ। ਇੱਕ ਜਿਹੜੀ ਚੀਜ਼ ਹੈ ਨਾ ਵੀ ਦਲ ਬਦਲਣ ਵਾਲੀ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕੋਈ ਨਵੀਂ ਤਾਂ ਨਹੀਂ। ਪਹਿਲਾਂ ਭਾਜਪਾ 'ਚ ਵੀ ਪਹਿਲਾਂ ਵੀ ਕਹੀ ਜਾਂਦੇ ਰਹੇ, ਰਿੰਕੂ ਕੋਈ ਨਵੀਂ ਚੀਜ਼ ਤਾਂ ਨਹੀਂ। ਇਹ ਉਸੇ ਹੀ ਇੱਕ ਲੜੀ ਦੇ ਵਿੱਚ ਨਵੀਂ ਕੜੀ ਆ, ਆਪਾਂ ਇਹੀ ਕਹਿ ਸਕਦੇ ਹਾਂ। ਇਹ ਤੇ ਸ਼ੀਤਲ ਜਿਹੜੇ ਆ ਉਹ ਭਾਜਪਾ ਦੇ ਵਿੱਚ ਬਹੁਤ ਨਾਮੀ ਗ੍ਰਾਮੀ ਲੀਡਰ ਗਏ ਪੰਜਾਬ ਦੇ ਵਿੱਚ। ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਚੰਗੀ ਕਰਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ। ਵੱਡੇ ਵੱਡੇ ਜਿਹੜੇ ਲੀਡਰ ਆ ਉਹ ਗਵਾਚ ਗਏ। ਜਿਹੜੇ ਬਹੁਤ ਕੋਸ਼ਿਸ਼ ਕਰ ਰਹੀ ਹੈ ਭਾਜਪਾ ਵੀ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਲੱਗ ਸਕਣ। ਜਿਹੜੇ ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਉਹਨਾਂ ਦਾ ਚੰਗਾ ਖਾਸਾ ਜ਼ੋਰ ਲੱਗਾ, ਜਿੱਦਾਂ ਪੰਜਾਬ ਵੀ ਆ, ਬੰਗਾਲ ਵੀ ਆ, ਦੱਖਣ ਦੇ ਵੀ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਜਿਹੜਾ ਉਹ ਲੱਗਦਾ ਆ, ਪਰ ਉੱਥੇ ਇਹਨਾਂ ਦੀ ਦਾਲ ਗਲਦੀ ਨਹੀਂ। ਕਾਓ ਬੈਲਟ 'ਚ ਹੀ ਹੈ, ਕਾਓ ਬੈਲਟ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਉਹ ਬਹੁਤਾ ਜ਼ੋਰ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਬਣਦਾ ਕੀ ਆ। ਰਿੰਕੂ ਹੁਣੀ ਕੀ ਇਹ ਉਹਨਾਂ ਨੂੰ ਲੱਗਦਾ ਵੀ ਵਾਕਿਆ ਉੱਥੇ ਜਾ ਕੇ ਜਿੱਤਣ ਲਈ ਗਏ ਆ ਕਿ ਸਿਰਫ ਬਚਣ ਲਈ ਗਏ ਆ? ਇਹ ਜਿਹੜੀਆਂ ਇਹ ਗੱਲਾਂ ਆ, ਚਾਹੇ ਉਹ ਛੋਟੇਪੁਰ ਹੋਣ, ਅਨਿਲ ਜੋਸ਼ੀ ਹੁਣੀ ਰਹੇ ਹੋਣ, ਉਹ ਵੀ ਹਾਰ ਗਏ, ਹੰਸਰਾਜ ਜੋਸਨ, ਡਾਕਟਰ ਮਹਿੰਦਰ, ਮੈਂ ਕਿਹਾ ਵੀ ਤੁਸੀਂ ਅਣਗਿਣਤ ਨਾ ਹੀ ਆਪਣੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਉਹ ਦੇਖ ਸਕਦੇ ਆ ਜਿਨ੍ਹਾਂ ਨੂੰ ਇਹ ਜਿਹੜੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ। ਦਲ ਉਹਨਾਂ ਨੇ ਬਦਲਿਆ ਸੀ। ਮੈਨੂੰ ਕਈ ਵਾਰੀ ਇਸ ਗੱਲੋਂ ਹੈਰਾਨੀ ਹੁੰਦੀ ਹੈ ਪ੍ਰਵੀਨ ਜੀ ਵੀ ਜਿਨ੍ਹਾਂ ਦੇ ਵਿੱਚ ਇਹ ਜਾ ਰਹੇ ਆ ਉਹਨਾਂ ਦੇ ਕੋਲ ਤੇ ਜਿਨ੍ਹਾਂ ਵਿੱਚੋਂ ਜਿਹੜੇ ਉਹ ਜਾ ਰਹੇ ਆ ਉਹ ਅਜਿਹੇ ਲੀਡਰ ਦੇ ਜਾਣ ਦੇ ਉੱਤੇ ਜਾਂ ਉਹਨਾਂ ਦੇ ਆਉਣ ਦੇ ਉੱਤੇ ਇੱਕ ਪਾਸੇ ਖੁਸ਼ੀ ਇੱਕ ਪਾਸੇ ਦੁੱਖ ਹੁੰਦਾ। ਸੀਟ ਬੜੀ ਜਲਦੀ ਮਿਲ ਜਾਂਦੀ ਹੈ, ਟਿਕਟ ਬਹੁਤ ਜਲਦੀ ਜਿਹੜੀ ਉਹਨਾਂ ਦੀ ਜਿਹੜੀ ਉਹ ਮਿਲ ਜਾਂਦੀ ਆ। ਐਸਾ ਕੀ ਕਾਰਨ ਆ ਵੀ ਕੀ ਤੁਹਾਡੇ ਕੋਲ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨ ਦੇ ਲਈ ਕੋਈ ਵੀ ਨਹੀਂ ਹੁੰਦਾ? ਕੋਈ ਵੀ ਨਹੀਂ ਹੁੰਦਾ ਵੀ ਜਿਹੜੇ ਆ ਹੁਣ ਸਦੀਕ ਸਾਹਿਬ ਨੂੰ ਕਿੰਨੀ ਵਾਰੀ ਜਿਤਾ ਕੇ ਘੱਲ ਹਟੇ ਆ। ਸਦੀਕ ਸਾਹਿਬ ਦਾ ਜੇ ਦੇਖਿਆ ਜਾਵੇ ਤਾਂ ਸਿਆਸਤ ਦੇ ਨਾਲ ਤੇ ਕੋਈ ਵਾਹ ਵਾਸਤਾ ਨਹੀਂ, ਇੱਕ ਸਿਰਫ ਨਾਮ ਦਾ ਹੀ ਉਹਨਾਂ ਦਾ ਖੱਟਿਆ ਗਿਆ। ਇਸੇ ਤਰੀਕੇ ਦੇ ਨਾਲ ਹੰਸਰਾਜ ਹੰਸ ਆ, ਹੁਣ ਹੋਰ ਵੀ ਬਥੇਰੇ ਆ। ਹੁਣ ਤਾਂ ਮੌਜੂਦਾ ਜਿਹੜੇ CM ਸਾਹਿਬ ਆ ਉਹ ਵੀ ਮਸ਼ਹੂਰ ਕਲਾਕਾਰ ਹੀ ਆ, ਇੱਕ ਕਿਸੇ ਟਾਈਮ ਦੇ ਉੱਤੇ ਰਹੇ। ਹੁਣ ਉਸੇ ਹੀ ਸਦੀਕ ਹੋਣ ਵਾਲੇ ਹਲਕੇ ਤੋਂ ਹੀ ਅਨਮੋਲ ਹੋਣੀ ਆ ਵੀ ਉਹ ਹੁਣ ਸਾਰਾ ਕੁਝ ਆਪਣੇ ਸਾਹਮਣੇ। ਹੰਸ 39% ਦੀ ਹਾਜ਼ਰ ਰਹੇ ਆ, 39% ਮਹਿਜ਼ 40% ਵੀ ਨਹੀਂ। ਜੇ 100 ਬੈਠਕਾਂ ਹੋਈਆਂ ਤੇ 39 ਚ ਗਏ। ਕਿੰਨੇ ਕੁ ਸਵਾਲ ਲਾਏ ਆ, ਕੀ ਸਵਾਰਤਾ ਹੋਣਾ ਲੋਕਾਂ ਦਾ, ਕੀ ਪਰਫਾਰਮੈਂਸ ਹੈ, ਕੀ ਇਦਾਂ ਦੇ ਬਥੇਰੇ ਨੇ। ਸਚਿਨ ਤੰਦੂਲਕਰ, ਇਹ ਲੋਕ ਕੀ ਇਹਨਾਂ ਨੇ ਸਵਾਲ ਤੱਕ ਨਹੀਂ ਪੁੱਛੇ, ਸੁੱਚੇ ਮੂੰਹ ਮੁੜੇ ਆਉਂਦੇ ਰਹੇ। 5 ਸਾਲ ਪੱਤੇ ਲੈ ਲਏ, ਤਨਖਾਹਾਂ ਲੈ ਲਈਆਂ, ਡਰਾਈਵਰ ਲੈ ਲਏ, ਗੱਡੀਆਂ ਲੈ ਲਈਆਂ, ਬੰਗਲੇ ਲੈ ਲਏ, ਸਾਰਾ ਕੁਝ ਲੈ ਲਿਆ। ਜ਼ੀਰੋ ਪਰਫਾਰਮੈਂਸ। ਦੇਖੋ ਪੰਜਾਬ ਦੇ ਲੋਕ ਕਹਿ ਲੋ, ਭਾਰਤ ਦੇ ਲੋਕ ਕਹਿ ਲੋ, ਬੜੇ ਦਇਆਵਾਨ, ਬਿਲਕੁਲ ਦਿਲ ਬੜੇ ਹੀ ਖੁੱਲੇ ਰੱਖੀਦੇ ਆ। ਇਹ ਪਤੰਦਰ ਕਰਦੇ ਹੀ ਨਹੀਂ ਮਾੜਾ, ਜਿੰਨਾ ਵੀ ਝੋਰਾ ਹੀ ਨਹੀਂ ਲੱਗਦਾ ਇਹਨਾਂ ਨੂੰ, ਕੋਈ ਫਰਕ ਨਹੀਂ ਪੈਂਦਾ। ਬਸ ਬੰਦਾ ਬਸ਼ਰਤੇ ਸੈਲੀਬ੍ਰਿਟੀ ਹੋਣਾ ਚਾਹੀਦਾ, ਚਾਹੇ ਸੰਨੀ ਦਿਓਲ ਲੈ ਲਓ। ਹੁਣ ਯੁਵਰਾਜ ਸਿੰਘ ਦੀ ਨਾਂ ਆਉਣ ਲੱਗ ਗਿਆ ਸੀ, ਪਤਾ ਨਹੀਂ ਉਹਨੂੰ ਤਾਂ ਮੈਨੂੰ ਲੱਗਦਾ ਸ਼ਾਇਦ ਨਾਮ ਨਹੀਂ ਜਿਹੜਾ ਉਹ ਹੋਊਗਾ, ਨਾ ਕਰ ਗਿਆ, ਸਿਆਣਾ ਰਹਿ ਗਿਆ। ਨਹੀਂ ਤਾਂ ਬਣੀ ਬਣਾਈ ਜਿਹੜੀ ਉਹ ਕਹਿ ਲਓ ਵੀ ਕੀਤੀ ਕਰਾਈ ਖੂਜ ਪਾ ਲੈਣੀ। ਹੁਣ ਦੇਖੋ ਵੀ ਇੱਕ ਸੁਪਰੀਮ ਕੋਰਟ ਦਾ ਜਸਟਿਸ ਹੋਵੇ, ਉਹ ਤਾਂ ਗਿਣਤੀ ਦੇ ਆ। MP ਤਾਂ ਬਥੇਰੇ ਨੇ ਜਿਨ੍ਹਾਂ ਦੇ ਨਾਂ ਨੂੰ ਵੀ ਭੁੱਲ ਜਾਂਦੇ ਆ ਲੋਕਾਂ ਨੂੰ ਬਾਅਦ ਦੇ ਵਿੱਚ। ਤੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਪਰ ਸਿਆਸਤ ਦਾ ਇਸ ਟਾਈਮ ਵਹਿਣ ਏਦਾਂ ਦਾ ਵਹਿ ਰਿਹਾ ਆ ਵੀ ਉਸ ਵੇਗ ਦੇ ਵਿੱਚ ਇਹ ਲੋਕ ਵਹੀ ਜਾ ਰਹੇ ਆ ਵੀ ਹਾਲਾਤ ਮਾੜੇ ਆ। ਇੱਥੋਂ ਇਹ ਆਪਾਂ ਸਪਸ਼ਟਤਾ ਨਾਲ ਕਹਿ ਸਕਦੇ ਹਾਂ, ਇਹ ਚੀਜ਼ ਤਾਂ ਸਪਸ਼ਟਤਾ ਨਾਲ ਕਹਿ ਸਕਦੇ ਹਾਂ ਵੀ ਲੋਕਾਂ ਦੀ ਭਲਾਈ ਵਾਲਾ ਜਿਹੜਾ ਕੰਮ ਆ ਉਹ ਇਹਨਾਂ ਤੋਂ ਤੁਸੀਂ ਉਮੀਦ ਨਾ ਰੱਖੋ। ਜਿਹੜੇ ਬੋਲਣ ਵਾਲੇ ਆ ਉਹਨਾਂ ਦੀ ਆਲਰੇਡੀ ਸੱਤਾ 'ਚ ਹੁੰਦੇ ਹੋਏ ਉਹਨਾਂ ਦੀ ਸਰਕਾਰਾਂ ਦੀ ਵੀ ਹੁੰਦੀਆਂ ਹੋਈਆਂ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ, ਤੇ ਆਊਟਸਾਈਡਰ ਨੂੰ ਤਾਂ ਉਹਨਾਂ ਨੇ ਕੀ ਜਾਣਨਾ। ਬਿਲਕੁਲ। ਪ੍ਰਗਟ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ ਪ੍ਰਵੀਨ ਜੀ, ਮਾਫੀ ਚਾਹੁੰਦੇ ਆ। ਮੈਂ ਉਹ ਅੱਜ ਦੀ ਗੱਲ ਕੀਤੀ ਵੀ ਅੱਜ
ਤੁਸੀਂ ਨਾਂ ਨਹੀਂ ਲਿਆ, ਵੈਸੇ ਦਿੰਦੇ ਰਹਿੰਦੇ, ਹਾਂਜੀ ਹਾਂਜੀ, ਜਦੋਂ ਜ਼ਿਕਰ ਤਾਂ ਉਹਨਾਂ ਦਾ ਵੀ ਕਰਦੇ ਵੀਡੀਓ ਰਹਿੰਦੇ ਆ। ਕੰਮ ਕਰਦੇ ਦੱਸਦੇ ਰਹਿੰਦੇ। ਧੰਨਵਾਦ ਤੁਹਾਡਾ ਜੀ। ਹਾਂਜੀ ਹਾਂਜੀ ਕਵਰ ਵਿਜੇ ਪ੍ਰਤਾਪ ਦਾ। ਹਾਂਜੀ ਹਾਂਜੀ ਉਹ ਗੱਲ ਇਹ ਆ, ਤੁਸੀਂ ਰਿੰਕੂ ਸ਼ਿੰਕੂ ਇਹਨਾਂ ਉਰਲਿਆ ਪਰਲੇ ਇਹਨਾਂ ਦਾ ਤੇ ਵਜੂਦ ਹੀ ਕੋਈ ਨਹੀਂ। ਇਹਦੇ ਉਦੋਂ ਆਏ ਜਦੋਂ ਚੋਰਾਂ ਦਾ ਸਿਖਰ ਹੋ ਗਿਆ। ਤੁਸੀਂ ਪਹਿਲਾਂ ਪੁਰਾਣਾ ਜਿਹੜੇ ਇਤਿਹਾਸ ਕੱਢੋ। ਸਾਡੇ ਪੰਜਾਬ ਦੇ ਮਹਾਰਥੀਏ ਰਹੇ, ਕੈਰੋਂ ਸਾਹਿਬ, ਬਾਦਲ ਸਾਹਿਬ, ਨਵਾਂ ਪੰਜਾਬ ਬਣਿਆ ਤੇ ਕਿੰਨੀਆਂ ਪਾਰਟੀਆਂ ਬਦਲੀਆਂ ਸੀ। ਫਿਰ 87 88 ਜਾਣ ਕੇ ਮੁੜ ਕੇ ਦਿਹਾੜੀ ਆ ਗਿਆ। ਉਸ ਰਜਨੀਸ਼ ਲਿਖ ਗਿਆ ਹੈਗਾ ਕਿ ਕੁਰਸੀ ਵਾਸਤੇ ਸਾਰੇ ਚੋਰ ਨੇ ਜੀ। ਭਾਵੇਂ ਇਸ ਪਾਸੇ ਰਲ ਕੇ ਚੋਰੀ ਕਰ ਲੈਣ ਤੇ ਭਾਵੇਂ ਇਸ ਪਾਸੇ ਕਰ ਲੈਣ, ਇਹਨਾਂ ਦਾ ਮਕਸਦ ਸਿਰਫ ਕੁਰਸੀ ਨੂੰ ਹੱਥ ਲਾਉਣਾ ਵਾ, ਲੁੱਟਣਾ ਵਾ। ਤੇ ਅੱਜ ਉਹਦਾ ਵੇਖ ਲਓ ਕਦੋਂ ਦਾ ਉਹ ਹੋਇਆ, ਕਦੋਂ ਦਾ ਮਰ ਗਿਆ। ਲੰਮੀ ਥੋੜੀ ਜਿਹੀ ਮਿੰਟ ਡੇਢ ਮਿੰਟ ਦੀ ਆਂਦਾ ਇਹ ਬਦਮਾਸ਼ਾਂ ਦਾ ਸੰਤ ਰੂਪ ਵਿਖਾਉਂਦੇ ਆ। ਹੁਣ ਵੇਖੋ ਗੁਰਬਾਣੀ ਨਾਲੋਂ ਕਿੰਨੇ ਸਾਡੇ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਛੱਡ ਕੇ ਤੇ ਕਿੰਨੇ ਡੇਰੇ ਬਣਾ ਕੇ ਬਹਿ ਗਏ ਤੇ ਦੁਨੀਆ ਉਧਰ ਭੱਜੀ ਜਾਂਦੀ। ਕਿਹਨੂੰ ਰੋਕੋਗੇ? ਧੰਨਵਾਦ ਤੁਹਾਡਾ ਜਿਹੜਾ ਤੁਸੀਂ ਲੋਕਾਂ ਨੂੰ ਜਾਗਰਤ ਕਰਦੇ, ਪਰ ਅਸੀਂ ਬਣਾਉਂਦੇ ਉਹਨਾਂ ਨੂੰ। ਬਿਲਕੁਲ ਤੁਹਾਡੇ ਦੁਆਬੇ ਦਾ ਇੱਕ ਪੁਰਾਣਾ ਵੀਡੀਓ ਮੈਂ ਵੇਖੀ, ਮੈਨੂੰ ਨਾਂ ਭੁੱਲ ਗਿਆ ਉਹਦੇ MLA ਸਾਹਿਬ ਦਾ, ਤੇ ਉਹਦੀ ਘਰ ਦੀ ਲਾਈਨ 'ਚ ਲੱਗੀ ਜਦੋਂ ਪਰਮਿਟ ਤੇ ਮਿਲਦਾ ਹੁੰਦਾ ਸੀ ਸੀਮੈਂਟ, ਤੇ ਉਹ DC ਸਾਹਿਬ SDM ਹੀ ਉਹ ਆਂਦੇ ਵੀ ਉਹਨੇ ਐਡਰੈਸ ਪੜਿਆ ਵੀ ਉਹਦੀ ਦਲੀਪ ਸਿੰਘ ਕਿਹੜਾ ਸਮਥਿੰਗ ਹੀ ਉਹਦੀ ਪਤਨੀ ਆ, ਪਿੰਡ ਆ। ਉਹ ਮਰਨਾ ਤੂੰ, ਅਸੀਂ ਕਿੰਨਾ ਟਰੱਕ ਲਵਾ ਦੇ? ਉਹਦੀ ਨਾ ਮੈਨੂੰ ਘਰੋਂ ਕਢਾਉਣਾ ਜੇ। 5 ਬੋਰੀਆਂ ਜਿੱਦਾਂ ਹੀ ਜਨਤਾ ਨੂੰ ਮਿਲਦੀ ਉਹਨੀਆਂ 5 ਮੈਨੂੰ ਲਾਟ ਕਰੋ, ਮੈਂ ਵੱਧ ਨਹੀਂ ਲੈਣੀਆਂ ਤੇ ਨਾ ਕੋਈ ਕਰਨਾ। ਉਹੋ ਜਿਹੇ ਬੰਦੇ ਵੀ ਹੈਗੇ ਸੀ। ਸਤਪਾਲ ਡਾਂਗ ਹੀ ਕਾਮਰੇਡਾਂ ਦਾ ਹੀ, ਭਾਵੇਂ ਉਹ ਜਿਹਨੂੰ ਅਸੀਂ ਮਾੜਾ ਕਹਿੰਦੇ, ਉਹਦੇ ਮਰਨ ਤੋਂ ਬਾਅਦ ਉਹਦਾ ਘਰ ਵੀ ਨਹੀਂ ਬਚਿਆ। ਲੱਭਾ ਵੀ ਹੈਗਾ ਕਿਤੇ। ਚੰਗੇ ਬੰਦੇ ਹੁੰਦੇ, ਕਿਰਦਾਰ ਹੁੰਦੇ ਪਾਰਟੀਆਂ ਦੀ, ਨਹੀਂ ਉਦੋਂ ਚੋਰ ਨਹੀਂ ਹੈਗੇ। ਹੁਣ ਬਹੁਤ ਹੀ ਜ਼ਿਆਦਾ ਘੱਟ ਨਹੀਂ, ਹੁਣ ਹੈ ਹੀ 90% ਕੀ 99% ਚੋਰ ਹੈ। ਸਾਧ ਨੂੰ ਤੇ ਵੋਟ ਹੀ ਕੋਈ ਨਹੀਂ ਪਾਉਂਦਾ ਜੀ। ਧੰਨਵਾਦ ਤੁਹਾਡਾ। ਧੰਨਵਾਦ, ਥੈਂਕ ਯੂ ਜੀ। ਅਜਿਹੀ ਇੱਕ ਹੋਰ ਕੈਂਡੀਡੇਟ ਨੇ ਲਾਈਨ ਦੇ ਵਿੱਚ ਬਠਿੰਡੇ ਸੰਸਦੀ ਹਲਕੇ ਤੋਂ ਜੀ, ਜੀਤ ਮਹਿੰਦਰ ਸਿੰਘ ਸਿੱਧੂ। ਠੀਕ ਹੈ ਜੀ। 2002 ਦੇ ਵਿੱਚ ਜੀਤ ਮਹਿੰਦਰ ਸਿੱਧੂ ਜਿੱਤੇ ਆਜ਼ਾਦ ਤਲਵੰਡੀ ਸਾਬੋ ਸੀਟ ਤੋਂ। ਉਹ ਰਲ ਗਏ ਕਾਂਗਰਸ ਦੇ ਵਿੱਚ। ਜਦੋਂ ਕਾਂਗਰਸ ਦੇ ਵਿੱਚ ਰਲ ਗਏ ਤੇ 2007 ਤੇ 2012 ਦੇ ਵਿੱਚ ਉਹਨਾਂ ਤੋਂ ਜਿੱਤ ਗਏ। ਫਿਰ ਉਹਨਾਂ ਨੂੰ ਲੱਗਿਆ ਵੀ ਕਾਂਗਰਸ 'ਚ ਤਾਂ ਬਹੁਤ ਚਿਰ ਹੋ ਗਿਆ, ਚਲੋ ਹੁਣ ਅਕਾਲੀ ਦਲ 'ਚ ਚੱਲਦੇ ਆ। ਫਿਰ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ ਤੇ ਉੱਥੇ ਜੱਸੀ ਨੂੰ ਹਰਾਤਾ, ਹਰਮਿੰਦਰ ਜੱਸੀ ਨੂੰ ਪਹਿਲਾਂ ਵੀ ਹਰਾਇਆ ਸੀ 2007 ਦੇ ਵਿੱਚ ਵੀ। ਹਰਮਿੰਦਰ ਜੱਸੀ ਨੂੰ ਹਰਾਤਾ ਤੇ 2014 ਦੇ ਵਿੱਚ ਉਹ ਅਕਾਲੀ ਦਲ ਤੋਂ ਟਿਕਟ ਤੋਂ MLA ਬਣ ਗਏ। ਹਾਂਜੀ। ਫਿਰ ਇਹਨਾਂ ਨੇ 2017 ਦੇ ਵਿੱਚ ਅਕਾਲੀ ਦਲ ਤਰਫੋਂ ਹੀ ਲੜੇ ਤੇ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਤੋਂ ਹਾਰ ਗਏ। ਫਿਰ ਉਹਨਾਂ ਨੇ ਜਿਹੜੀ ਬਲਜਿੰਦਰ ਕੌਰ ਤੋਂ ਇੱਕ ਹੋਰ ਚੋਣ ਹਾਰੀ 2022 ਦੇ ਵਿੱਚ। ਹੁਣ ਦੇਖੋ, ਪਹਿਲੀ ਚੋਣ ਆਜ਼ਾਦ, ਦੂਜੀ ਕਾਂਗਰਸ, ਤੀਜੀ ਕਾਂਗਰਸ, ਚੌਥੀ ਫਿਰ ਲੜੀ ਇਹਨਾਂ ਨੇ ਅਕਾਲੀ ਦਲ ਤੋਂ, ਪੰਜਵੀਂ ਫਿਰ ਅਕਾਲੀ ਦਲ ਤੋਂ ਬਾਗੀ ਹੋ ਕੇ ਲੜੀ, 6ਵੀਂ ਵਾਰ ਜਦੋਂ ਚੋਣ ਲੜੀ ਤੇ ਹੁਣ ਫਿਰ ਕਾਂਗਰਸ ਦੇ ਵਿੱਚ ਆ ਗਏ ਵਾਪਸ। ਹਾਂਜੀ, ਵਾਪਸ ਆ ਗਏ। 1997-98 ਦੇ ਵਿੱਚ ਵੀ ਸੁਣਦੇ ਸੀ ਵੀ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਕਾਇਮ ਸੀਗੇ, ਉਦੋਂ ਅਕਾਲੀ ਦਲ ਦੇ ਵਿੱਚ ਵਿਚਰਦੇ ਸੀਗੇ। ਸੋ ਤੁਸੀਂ ਦੇਖੋ ਕਿ 3-4 ਵਾਰ 4 ਟਾਈਮ MLA ਇਹਨਾਂ ਨੂੰ ਲਿਖਿਆ ਜਾਂਦਾ। 4 ਵਾਰ ਦਾ MLA ਤੇ 5 ਵਾਰੀ ਪਾਰਟੀਆਂ ਬਦਲ ਗਿਆ, ਇੱਕ ਵਾਰੀ ਆਜ਼ਾਦ ਜਿੱਤ ਕੇ। ਇਦਾਂ ਦੀਆਂ ਉਦਾਹਰਨਾਂ ਮੈਨੂੰ ਲੱਗਦਾ ਭਾਰਤ ਵਿੱਚ ਬਹੁਤ ਫੇਰੀਆਂ ਜਿਹੜੀਆਂ ਉਹਨਾਂ ਦਾ ਪਤਾ ਵੀ ਨਹੀਂ ਹੋਣਾ। ਹਾਂਜੀ, ਇਹ ਬਹੁਤ ਸਾਰੇ ਸੂਬਿਆਂ 'ਚ, ਬਹੁਤ ਸਾਰੇ ਥਾਵਾਂ ਤੇ ਉੱਤੇ ਇਹੀ ਕੁਛ ਚੱਲੀ ਜਿਹੜਾ ਉਹ ਜਾ ਰਿਹਾ ਹੈਗਾ ਆ। ਇਹਨਾਂ ਲੀਡਰਾਂ ਨੂੰ ਦੇਖੋ, ਚੁਣਨ ਵਾਲੇ ਵੀ ਉਹੀ ਲੋਕ ਨੇ, ਉਹਨਾਂ ਨੂੰ ਸਿਰ ਤੇ ਬਿਠਾਉਣ ਵਾਲੇ ਵੀ ਉਹੀ ਲੋਕ ਨੇ। ਜਦੋਂ ਗੱਲ ਕਦੀ ਪਾਲਿਸੀ ਦੀ ਨਹੀਂ ਹੋਣੀ, ਜਦੋਂ ਗੱਲ ਕਦੀ ਇਹ ਨਹੀਂ ਹੋਣੀ ਵੀ ਆਪਾਂ ਕਿੱਦਾਂ ਸੁਧਾਰ ਕਰਨਾ ਜਾਂ ਆਪਾਂ ਕਿੱਦਾਂ ਵਧੀਆ ਕਰਨਾ ਆ, ਉਨੀ ਦੇਰ ਤੱਕ ਲੋਕਾਂ ਦੇ ਸਿਰਫ ਇਸ ਚੀਜ਼ ਦੇ ਉੱਤੇ ਮਗਰ ਲੱਗੇ ਰਹਿਣਾ, ਇਹ ਕਹੀ ਜਾਣਾ ਵੀ ਯਾਰ ਅਸੀਂ ਤਾਂ ਕੰਮ ਕਰਾਉਣੇ ਇਹਨਾਂ ਤੋਂ, ਅਸੀਂ ਤਾਂ ਕੰਮ ਕਰਾਉਣੇ। ਉਹ ਜਦੋਂ ਉਹ ਪਾਰਟੀ ਛੱਡ ਕੇ ਵੀ ਚਲ ਜਾਂਦੇ ਤਾਂ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ। ਜਿਹੜੇ ਉਹ ਪਿੰਡਾਂ ਦੇ ਲੋਕ ਆ ਜਾਂ ਉਹਨਾਂ ਇਲਾਕਿਆਂ ਦੇ ਲੋਕ ਆ, ਪ੍ਰਵੀਨ ਜੀ, ਬਿਲਕੁਲ, ਉਹਨਾਂ ਨੂੰ ਵੀ ਫਰਕ ਨਹੀਂ ਪੈਂਦਾ ਵੀ ਉਹਨਾਂ ਨੇ ਪਾਰਟੀ ਛੱਡੀ ਆ। ਉਹਨਾਂ ਨੇ ਫੇਰ ਇਹੀ ਕਹਿਣਾ, ਚੱਲ ਕੋਈ ਨਹੀਂ, ਆਪਾਂ ਫਲਾਣੇ ਦੇ ਨਾਲ ਹੀ ਰਹਿਣਾ ਆ ਕਿਉਂਕਿ ਇਹ ਤੋਂ ਕੰਮ ਕਰਾਉਣੇ। ਕੰਮ ਪਤਾ ਨਹੀਂ ਕਿਹੜੇ ਰੋਜ਼ ਦੇ ਕਿਹੜੇ ਕੰਮ ਆ ਵੀ ਜਿਹੜੇ ਇਹਨਾਂ ਦੇ ਜ਼ਰੀਏ ਹੀ ਜਿਹੜੇ ਉੱਥੇ ਹੋਣੇ ਆ। ਪਰ ਜੇ ਏਦਾਂ ਆ ਤੇ ਦੇਖੋ ਉਹਨਾਂ ਨੂੰ ਕੁੰਡੀ ਕਿੰਨੀ ਸੋਹਣੀ ਪਤਾ ਹੈ, ਪੂਰੀ ਫਸਾ ਕੇ ਉਹਨਾਂ ਨੇ ਰੱਖਿਆ ਆ। ਹੈ ਆ ਕਿਤੇ ਮੱਛੀ ਜਾਲ ਚੋਂ ਬਾਹਰ ਆ ਜਾਵੇ, ਕੋਈ ਚਾਂਸ ਨਹੀਂ ਆ। ਇਹ ਤਾਂ ਤਿਤਲੀਆਂ ਉੜਦੀਆਂ ਜਾਂਦੀਆਂ, ਇਹ ਤਾਂ ਇਹਨਾਂ ਸਾਰਿਆਂ ਨੂੰ ਆਪੋ ਆਪਣਿਆਂ ਨੂੰ ਉੱਤੇ ਜਾਲ ਪਾਉਣੇ ਪੈਣੇ, ਕਿਤੇ ਹੋਰ ਜਿਹੜੀਆਂ ਬਕਾਇਆ ਤਿਤਲੀਆਂ ਆ ਉਹ ਇੱਧਰ ਉੱਧਰ ਨਾਲ ਜਿਹੜੀਆਂ ਖਿੰਡ ਜਾਣ। ਜੀ ਜੀ, ਆਪਣੇ ਅਗਲੇ ਕਾਲਰ ਨੇ ਅਮਰਜੀਤ ਸਿੰਘ। ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਆਉਣੇ ਰਹੋ। ਦੋ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਭਾਜੀ ਜਿਹੜੀ ਇੰਡੀਆ ਦੀ ਪੋਲਿਟਿਕਸ ਆ ਨਾਲੇ ਅਮਰੀਕਾ ਦੀ ਪੋਲਿਟਿਕਸ ਆ ਨਾ, ਜ਼ਮੀਨ ਤੇ ਅਸਮਾਨ ਦਾ ਫਰਕ ਆ ਹਨਾ। ਜੇ ਤੁਸੀਂ ਗੱਲ ਕਰਦੇ ਆ ਵੀ ਪਾਰਟੀਆਂ ਬਦਲ ਲੈਂਦੇ ਆ ਨਾ, ਕਿੰਨੀਆਂ ਪਾਰਟੀਆਂ ਚੱਲ ਜਾਂਦੇ ਮੁੜ ਕੇ ਆ ਜਾਂਦੇ ਆ। ਆਪਾਂ ਜਿਹੜੀ ਇੱਥੇ ਦੇਖੀ ਦੀ ਆ, ਮੈਂ ਨਹੀਂ ਕੋਈ ਬਾਹਲਾ ਕੋਈ ਦੇਖਿਆ ਪੋਲੀਟਿਕਸ ਜਿਹੜਾ ਪਾਰਟੀ ਚੇਂਜ ਕਰਦਾ, ਕੋਈ ਡੈਮੋਕ੍ਰੈਟ ਰਿਪਬਲਿਕਨ ਬਣ ਜਾਂਦਾ ਜਾਂ ਰਿਪਬਲਿਕਨ ਡੈਮੋਕ੍ਰੈਟ ਬਣ ਜਾਂਦਾ। ਕਿਉਂ ਹੁੰਦਾ ਜੇ ਉਹ ਪਾਰਟੀ ਆਪਦੀ ਸਵਿਚ ਕਰ ਲੈਂਦੇ ਆ, ਇੰਡੀਪੈਂਡੈਂਟ ਹੋ ਜਾਂਦੇ ਹੁੰਦੇ ਆ ਨਾ, ਜੇ ਛੱਡਦੇ ਆ ਪਾਰਟੀ ਨੂੰ ਨਾ ਇੰਡੀਪੈਂਡੈਂਟ। ਇੱਥੇ ਏਦਾਂ ਨਹੀਂ ਵੀ ਜਾ ਕੇ ਪੈਰਾਂ ਨੂੰ ਹੱਥ ਲਾਉਣਾ ਦੂਜੀ ਪਾਰਟੀ ਦੇ ਵੀ ਮੈਂ ਰਿਪਬਲਿਕਨ ਸੀਗਾ ਵੀ ਮੈਂ ਹੁਣ ਡੈਮੋਕ੍ਰੈਟ ਬਣਨਾ। ਸੋ ਇਹ ਸਾਰਾ ਕੁਛ ਲੁੱਟਣ ਦਾ ਹਿਸਾਬ ਹੈ ਇਹਨਾਂ ਦਾ ਨਾ, ਜਿੱਧਰ ਪੈਸਾ ਬਣਦਾ ਲੁੱਟ ਜਿੱਧਰ ਹੈਗੀ ਆ ਉੱਧਰ ਭੱਜ ਜਾਂਦੇ ਆ ਨਾ। ਸੋ ਆਪਾਂ ਦੇਖੀਏ ਯਾਰ ਬਹੁਤ ਫਰਕ ਹੈ ਇੱਥੇ ਦਾ ਪਾਰਟਿਕਸ ਨਾਲ ਇੰਡੀਆ ਪਾਰਟਿਕਸ। ਬਿਲਕੁਲ ਜੀ, ਬਹੁਤ ਹੀ ਜ਼ਿਆਦਾ। ਧੰਨਵਾਦ ਦੋਵਾਂ ਭਰਾਵਾਂ ਜੀ। ਧੰਨਵਾਦ ਜੀ, ਮਿਹਰਬਾਨੀ ਜੀ ਜੀ। ਸੋ ਬਿਲਕੁਲ ਇਹ ਹਾਲਾਤ ਨੇ ਜੀ ਉੱਥੋਂ ਦੇ, ਇਹ ਉੱਥੋਂ ਦੇ ਜੋ ਪੋਲਿਟਿਕਸ ਹੈ ਉਹਦੇ ਤਾਜ਼ਾ ਜੋ ਘਟਨਾਕ੍ਰਮ ਵਾਪਰ ਰਿਹਾ, ਉੱਥੇ ਜਿਹੜੇ ਵਰਤਾਰੇ ਇਸ ਵੇਲੇ ਚੱਲ ਰਹੇ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਬੇਸ਼ੱਕ ਆਪਾਂ ਇਸ ਗੱਲ ਤੋਂ ਕੀਤੀ ਸੀਗੀ ਕਿ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ, ਹੈ ਨਾ, ਪਰ ਅਸਲ ਦੇ ਵਿੱਚ ਇਹ ਤਰਾਸਦੀ ਹੈ ਬਹੁਤ ਵੱਡੀ ਰਾਜਕਰਮਵੀਰ ਸਿੰਘ ਜੀ। ਤਰਾਸਦੀ ਇਹ ਹੈ ਕਿ ਜਦੋਂ ਲੋਕਾਂ ਦੇ ਮੈਂਡੇਟ ਨੂੰ ਤੁਸੀਂ ਉਸ ਮੈਂਡੇਟ ਨੂੰ ਛਿੱਕੇ ਟੰਗ ਕੇ, ਹਾਂ ਮੰਨ ਲਓ ਲੋਕਾਂ ਨੇ ਤੁਹਾਨੂੰ ਐਜ਼ ਏ ਕਾਂਗਰਸ ਕੈਂਡੀਡੇਟ ਜਾਂ ਐਜ਼ ਏ ਆਮ ਆਦਮੀ ਪਾਰਟੀ ਕੈਂਡੀਡੇਟ ਸਵੀਕਾਰਿਆ ਤੇ ਤੁਹਾਨੂੰ ਭੇਜਤਾ ਲੋਕ ਸਭਾ, ਵਿਧਾਨ ਸਭਾ ਜਾਂ ਰਾਜ ਸਭਾ ਦੇ ਵਿੱਚ, ਜਿੱਥੇ ਵੀ ਭੇਜਤਾ, ਤੁਸੀਂ ਲਾਲਚ ਵਸ ਆ ਕੇ ਨਾ ਸਿਰਫ ਆਪਣੇ ਮੌਕਾ ਪ੍ਰਸਤੀ ਦੇ ਤੌਰ ਤੇ ਇੱਕ ਦੂਜੀ ਪਾਰਟੀ ਨੂੰ ਜੁਆਇਨ ਕਰ ਰਹੇ ਹੋ, ਉਸ ਮੈਂਡੇਟ ਨੂੰ ਵੀ ਖੋਰਾ ਲਾ ਰਹੇ ਹੋ। ਇਹ ਦੇਖੋ ਸੈਲਫਿਸ਼ਨੈਸ ਦੀ ਹੱਦ ਹੁੰਦੀ ਹੈ। ਹਾਂਜੀ, ਜਿਹਨੂੰ ਕਹਿੰਦੇ ਨਾ ਵੀ ਸਿਰਫ ਤੇ ਸਿਰਫ ਆਪਣੇ ਬਾਰੇ ਸੋਚਣ ਵਾਲੀ ਗੱਲ ਆ। ਇੱਥੋਂ ਤਾਂ ਕਲੀਅਰ ਹੀ ਆ ਨਾ ਵੀ ਜਿਹੜੇ ਵੀ ਏਦਾਂ ਬਦਲ ਲੈਂਦੇ ਆ, ਹਾਂਜੀ, ਉੱਥੋਂ ਫਿਰ ਇਹ ਕਲੀਅਰ ਹੀ ਹੁੰਦਾ ਆ ਵੀ ਭਾਈ ਇਹਨਾਂ ਨੂੰ ਕੁਛ ਨਹੀਂ, ਇਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਨਾਲ ਆ, ਲੋਕਾਂ ਦੀ ਮੱਤ ਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ। ਜਿੰਨਾ ਮਰਜੀ ਇਹਨੂੰ ਮਤਦਾਨ, ਲੋਕ ਮਤ, ਇਹ ਉਹ ABC ਜੋ ਮਰਜੀ ਕਹੀ ਜਾਓ, ਜਿੱਦਾਂ ਮਰਜੀ ਸੋਹਣੇ ਸੋਹਣੇ ਨਾਂ ਦੇਈ ਜਾਓ, ਪਰ ਅੰਦਰ ਖਾਤੇ ਅਸਲੀਅਤ ਜਿਹੜੀ ਉਹੀ ਰਹਿੰਦੀ ਆ। ਉਹਨਾਂ ਨੂੰ ਤੁਹਾਡੇ ਨਾਲ ਤੁਹਾਡੀਆਂ ਕਿੱਦਾਂ ਤੁਹਾਡਾ ਜੀਵਨ ਦੇ ਵਿੱਚ ਸੁਧਾਰ ਹੋਵੇ ਉਹਨਾਂ ਕੋਈ ਮਤਲਬ ਨਹੀਂ। ਗੱਲਾਂ ਅਜੇ ਵੀ ਸੜਕਾਂ ਨਾਲੀਆਂ ਦੀਆਂ ਹੀ ਕਰੀ ਜਾਣੀਆਂ। ਹਾਂਜੀ ਬਿਲਕੁਲ, ਦੇਖ ਲਓ ਕਿੱਥੇ ਪਹੁੰਚ ਗਏ ਤੇ ਗੱਲਾਂ ਕਿਹੜੀਆਂ ਜਿਹੜੀਆਂ ਹੋ ਰਹੀਆਂ। ਕਿਤੇ ਪੁੱਲ ਬਣਾਉਣ ਦੀ ਮੰਗ ਹੋਈ ਜਾ ਰਹੀ ਆ ਵੀ ਬਣਾ ਦਿਓ ਜੀ ਸਾਡੇ ਚੋ ਦੇ ਉੱਤੋਂ ਦੀ ਪੁੱਲ ਬਣਾ ਦਿਓ, ਕਿਤੇ ਹੜ੍ਹ ਆ ਜਾਂਦੇ ਆ, ਕਿਤੇ ਸੜਕ ਨੂੰ ਲੈ ਕੇ ਹੀ ਆ, ਕਿਤੇ ਪੱਕੀਆਂ ਕਰ ਦਿਓ ਜੀ। ਅਜੇ ਤੱਕ ਬਿਜਲੀ ਹੀ ਘੱਲੀ ਜਾਂਦੇ ਆ। ਹਾਂਜੀ ਬਿਲਕੁਲ, 25 ਮਿੰਟ ਮੀਂਹ ਪੈ ਜੇ ਤਾਂ ਸਾਡਾ ਸਾਰਾ ਢਾਂਚਾ ਅਸਤ ਵਿਅਸਤ ਹੋ ਜਾਂਦਾ। ਐ ਲੱਗਦਾ ਵੀ ਪਤਾ ਨਹੀਂ ਜਿਵੇਂ ਪਿੰਡ ਦਰਿਆ ਦੇ ਵਿੱਚ 20-25 ਮਿੰਟ ਦਾ ਮੀਂਹ ਅਸੀਂ ਸਾਡਾ ਸਹਾਰਦਾ ਨਹੀਂ, ਇਨਫਰਾਸਟ੍ਰਕਚਰ ਚੱਲਦਾ ਨਹੀਂ। ਹਾਂਜੀ, ਸੋ ਇਹ ਗੱਲ ਆ ਅਸਲ ਦੇ ਵਿੱਚ ਇਹ ਲੋਕਾਂ ਦੇ ਲਈ ਦੁਖਾਂਤ ਹੈ। ਲੋਕਾਂ ਦਾ ਦੁਖਾਂਤ ਇਹ ਹੈ ਕਿ ਜਿਹੜੇ ਤੁਹਾਡੇ ਚੁਣੇ ਹੋਏ ਲੋਕ ਆ ਉਹਨਾਂ ਦਾ ਕੋਈ ਥਾਂ ਨਹੀਂ ਹੈ, ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈ। ਉਹ ਤੁਸੀਂ ਨਾ ਕੋਈ ਉਹਨਾਂ ਦੀ ਆਈਡੀਓਲੋਜੀ ਹੈ ਕਿ ਅਸੀਂ ਸੱਜੇ ਆ ਜਾਂ ਖੱਬੇ, ਘੱਟੋ ਘੱਟ ਇੱਕ ਥਾਂ ਤੇ ਤਾਂ ਖੜ ਜਾਓ, ਕਿਸੇ ਗੱਲ ਤੇ ਤਾਂ ਖੜ ਜਾਓ, ਕਿਸੇ ਸਿਧਾਂਤ ਤੇ ਤਾਂ ਖੜ ਜਾਓ। ਤੇ ਜਦੋਂ ਇਹ ਚੀਜ਼ਾਂ ਗਾਇਬ ਹੋ ਜਾਣਗੀਆਂ, ਜਦੋਂ ਇਹ ਚੀਜ਼ਾਂ ਸਾਡੀ ਪੋਲਿਟਿਕਸ ਦੇ ਵਿੱਚੋਂ ਖਤਮ ਹੋ ਜਾਣਗੀਆਂ, ਇਹਨਾਂ ਦਾ ਸਭ ਤੋਂ ਵੱਡਾ ਖੁਰਾ ਲੋਕਾਂ ਨੂੰ ਲੱਗਣਾ, ਕਿਉਂਕਿ ਪੋਲੀਟੀਕਲ ਪਾਰਟੀਆਂ ਇੱਕ ਕਾਰਪੋਰੇਟ ਕੰਪਨੀ ਵਾਂਗ ਚੱਲਣਗੀਆਂ। ਕਾਰਪੋਰੇਟ ਕੰਪਨੀਆਂ, ਹਾਂਜੀ, ਜੋ ਚੱਲ ਰਹੀਆਂ ਨੇ, ਕਾਰਪੋਰੇਟ ਕੰਪਨੀਆਂ ਦਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਉਹਨਾਂ ਨੇ ਜਿਹੜੀ ਬਾਟਮ ਲਾਈਨ ਹੈ ਉਹ ਪ੍ਰੋਫਿਟ ਹੈ। ਉਹਦੇ ਵਿੱਚ ਕੋਈ ਲੋਕ ਸਰੋਕਾਰ ਨਹੀਂ, ਕੋਈ ਲੋਕ ਹਿੱਤ ਨਹੀਂ ਗੇ। ਉਹ ਜਦੋਂ ਪ੍ਰੋਫਿਟ ਦੇ ਲਈ ਜਦੋਂ ਆਪਦੇ ਏਜੰਟ ਘੱਲ ਕੇ ਲੋਕਾਂ ਦੇ ਵਿੱਚ ਵਿਚਰਨ ਲੱਗ ਪੈਣਗੇ, ਉਸ ਦਿਨ ਸ਼ਾਇਦ ਲੋਕਾਂ ਸੇਲਜ਼ਮੈਨ ਆ ਜੀ। ਹਾਂਜੀ ਸੇਲਜ਼ਮੈਨ, ਹਾਂਜੀ ਬਿਲਕੁਲ, ਸਿਰਫ ਆਪਣੀ ਉਹ ਪ੍ਰਮੋਸ਼ਨ ਕਰਨ ਦੇ ਲਈ ਆ। ਹਾਂਜੀ, ਵੀ ਅਸੀਂ ਤੁਹਾਨੂੰ ਆਹ ਫ੍ਰੀ ਚ ਦੇਣਾ ਆ। ਆਟਾ ਦਾਲ ਸਕੀਮਾਂ ਬਥੇਰੀਆਂ ਲਾਈ ਜਾਣਗੀਆਂ। ਹਾਂਜੀ, ਲੋਕਾਂ ਨੂੰ ਮਿਹਨਤਕਸ਼ ਜਾਂ ਲੋਕਾਂ ਦੇ ਇਵੈਂਚੁਅਲੀ ਜਾਂ ਉਹ ਇਲਾਕਿਆਂ ਦੇ ਸੁਧਾਰ ਨੂੰ ਲੈ ਕੇ ਨਹੀਂ ਕੋਈ ਗੱਲਾਂ ਹੋਣੀਆਂ। ਸਿਰਫ ਜਿਹੜੀਆਂ ਇਹੀ ਗੱਲਾਂ ਹੋਣੀਆਂ, ਸਾਈਨ ਕਰਵਾਉਣੇ ਆ ਜੀ, ਆਹ ਕੰਮ ਕਰਾ ਦਿਓ ਜੀ, ਆਹ ਕਾਲ ਕਰ ਦਿਓ ਜੀ, ਆਹ ਏਦਾਂ ਜਿਹੜਾ ਉਹ ਕਰਨਾ। ਇਹਨਾਂ ਸਾਰਿਆਂ ਦੀ ਜਿਹੜੀ ਜੇ ਦੇਖਿਆ ਜਾਵੇ ਨਾ ਪ੍ਰਵੀਨ ਜੀ, ਤਾਂ ਮੈਨੂੰ ਤਾਂ ਇਹੀ ਲੱਗਦਾ ਵੀ ਰਿਸ਼ਵਤਖੋਰੀ ਦੇ ਵਿੱਚ ਇੱਕ ਵੱਡੀ ਮੇਨ ਗੱਲ ਆ। ਜਦੋਂ ਇਹ ਸਿਆਸਤਦਾਨ ਬਣਦੇ ਆ, ਹੱਦੋਂ ਵੱਧ ਜਦੋਂ ਰਿਸ਼ਵਤਾਂ ਕਰਦੇ ਆ, ਲੈਂਦੇ ਆ ਜਾਂ ਇੱਧਰ ਉੱਧਰ ਧਾਂਦਲੀਆਂ ਕਰਦੇ ਆ, ਜਿਹੜੀ ਦੂਜੀ ਪਾਰਟੀ ਵਾਲੇ ਆ, ਜਿਹੜੇ ਸੱਤਾ ਚ ਆਪੋਜੀਸ਼ਨ ਦੇ ਵਿੱਚ ਹੁੰਦੇ ਜਾਂ ਕਹਿ ਲਓ ਕੇਂਦਰ ਵਾਲੇ ਜਾਂ ਜਿੱਦਾਂ ਵੀ ਆ, ਖੱਬੇ ਸੱਜੇ ਜਿੱਦਾਂ ਵੀ ਆ, ਉਹ ਇਹਨਾਂ ਦੇ ਉੱਤੇ ਕੜਕੀ ਪਾਉਂਦੇ ਆ, ਫਸਾਉਂਦੇ ਆ। ਤੇ ਜਦੋਂ ਇਹ ਫਸਦੇ ਆ ਤੇ ਫਿਰ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਇਹ ਤੁਹਾਨੂੰ ਸਾਰਿਆਂ ਨੂੰ ਵੇਚ ਜਾਂਦੇ ਆ। ਇਹੀ ਕੁਛ ਪਹਿਲੋਂ ਹੁੰਦਾ ਆ, ਇਹੀ ਕੁਛ ਹੁਣ ਦੁਬਾਰਾ ਹੋ ਰਿਹਾ। ਜਿੰਨੀ ਦੇਰ ਤੱਕ ਇਹ ਜੜ ਨੂੰ ਨਹੀਂ ਨਾ ਤੁਸੀਂ ਫੜਦੇ,
ਲੋਕਾਂ ਦੇ ਮਨਾਂ ਦੇ ਵਿੱਚ ਐਥਿਕਸ ਮੋਰਲ ਇਹ ਜਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਉਨੀ ਦੇਰ ਤੱਕ ਇਹ ਜਿਹੜਾ ਸਿਆਪਾ ਆ ਉਸ ਸਿਆਸਤ ਦੇ ਵਿੱਚ ਪੈਂਦਾ ਹੀ ਰਹਿਣਾ ਆ। ਲੋਕ ਹਿੱਤ ਨਾਲ ਦੀ ਕੋਈ ਚੀਜ਼ ਆਪਾਂ ਨੂੰ ਨਜ਼ਰ ਨਹੀਂ ਆਉਣੀ। ਬਿਲਕੁਲ ਜੀ। ਅਰਸ਼ਦੀਪ ਸਿੰਘ ਆਪਣੇ ਨਾਲ ਕਾਲਰ ਜੁੜੇ ਨੇ ਅਖੀਰਲੇ ਵਕਤ ਤੇ। ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ, ਤੁਸੀਂ ਆਉਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਥੇ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਅੱਜ। ਹੁਣ ਵੋਟਾਂ ਦਾ ਕਹਿੰਦੇ ਵੀ ਮੌਸਮਾਂ ਤੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਨਾ, 2 ਗੱਲਾਂ ਕਰਨੀਆਂ ਚਾਹੁੰਦਾ ਸੀ ਜੀ। ਜ਼ਰੂਰ। ਇੱਕ ਤਾਂ ਜਿਹੜੀ ਆਪਾਂ ਗੱਲ ਕਹਿੰਦੇ ਸੀਗੇ ਵੀ ਉੱਥੇ ਆਪਾਂ ਨੂੰ ਕਿਹੜੇ ਕੰਮ ਕਰਾਉਣੇ ਪੈਂਦੇ ਆ, ਵੀ ਪਤਾ ਨਹੀਂ ਅਜੇ ਕਿਹੜੇ ਕੰਮ ਹੁੰਦੇ ਆ, ਉਹ ਤੋਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਅੱਛਾ ਜੀ, ਦੱਸੋ ਜੀ ਕਿਹੜੇ ਕੰਮ ਆ? ਉੱਥੇ ਮੈਨੂੰ ਲੱਗਦਾ ਵੀ ਹਰੇਕ ਕੰਮ ਲਈ ਕੋਈ ਨਾ ਕੋਈ ਸਿਫਾਰਿਸ਼ ਚਾਹੀਦੀ। ਜਿਵੇਂ ਹੁਣ ਮੈਂ ਤੁਹਾਨੂੰ ਆਪਦੀ ਐਗਜ਼ਾਮਪਲ ਦੇ ਦਿੰਦਾ। ਅਸੀਂ ਇੱਕ ਉੱਥੇ ਕੰਮ ਮੋਗੇ DC ਦਾ ਅਫਸਰ ਸੀਗਾ, ਸਾਈਨ ਕਰਾਉਣੇ ਸੀਗੇ। ਉਹਦੇ ਲਈ ਉਹਨਾਂ ਨੇ ਉੱਥੇ ਚੰਗਾ ਗੱਡੀ ਗੇੜ ਪਾ ਰੱਖਿਆ ਸਾਨੂੰ। ਫਿਰ ਉਹੀ ਪਿੰਡ ਦੇ ਬੰਦੇ ਨੂੰ ਕਿਹਾ, ਉਹ ਕਹਿੰਦਾ ਮੈਂ ਕਰਾਵਾਂ। ਫਿਰ ਉਹਨੇ ਫੋਨ ਕੀਤਾ ਗਿਆ ਨੂੰ ਤੇ ਕੰਮ ਹੋ ਗਿਆ ਜੀ ਦੂਜੇ ਦਿਨ। ਜੀ ਠੀਕ ਹੈ। ਆਪਾਂ ਨੂੰ ਇੱਥੇ ਬੈਠੇ ਨੂੰ ਲੱਗਦਾ ਕਿਉਂਕਿ ਆਪਣੇ ਇੱਥੇ ਕੰਮ ਹੋ ਜਾਂਦੇ ਨੇ ਕਿਉਂਕਿ ਇੱਥੇ ਲੋੜ ਨਹੀਂ ਪੈਂਦੀ, ਪਰ ਜਿਹੜਾ ਬੰਦਾ ਉੱਥੇ ਦੇ ਸਿਸਟਮ 'ਚ ਰਹਿੰਦਾ ਉਹਨੂੰ ਲੋੜ ਤੇ ਲਗਭਗ ਹਰ ਰੋਜ਼ ਵਾਂਗੂ ਹੀ ਪੈਂਦੀ ਜੀ। ਹਨਾ। ਦੂਜੀ ਗੱਲ ਜਿਹੜੀ ਆਪਾਂ ਪਾਰਟੀ ਦੀ ਗੱਲ ਕਰਦੇ ਸੀ, ਉਹ ਮੈਨੂੰ ਲੱਗਦਾ ਵੀ ਹਾਂ ਇਹ ਬਹੁਤ ਵੱਡਾ ਨਿਘਾਰ ਆਇਆ ਸਾਰੇ ਅੱਜ ਦੇ ਪੋਲੀਟੀਸ਼ੀਅਨ ਦੇ ਵਿੱਚ, ਖਾਸ ਕਰਕੇ ਹਿੰਦੁਸਤਾਨ 'ਚ। ਵੀ ਪਾਰਟੀ ਦੀ ਕੋਈ ਬਾਹਲੀ ਮਹੱਤਤਾ ਨਹੀਂ ਰਹੀ। ਅੱਗੇ ਜਿਵੇਂ ਪਾਰਟੀ ਦੀ ਬਹੁਤ ਵੱਡੀ ਮਹੱਤਤਾ ਹੁੰਦੀ, ਸਾਰੀ ਜ਼ਿੰਦਗੀ ਬੰਦੇ ਇੱਕ ਪਾਰਟੀ ਲਈ ਲੜਦੇ ਸੀ, ਰਹਿ ਜਾਂਦੇ ਚਾਹੇ ਉਹ ਹਾਰ। ਇਸ ਗੱਲ 'ਚ ਜਿਹੜੇ ਹੁਣ ਮੈਂ ਤਾਂ ਹਜੇ ਥੋੜੇ ਦਿਨ ਪਹਿਲਾਂ ਹੀ ਦੇਖਦਾ ਸੀ ਵੀ ਮਨਪ੍ਰੀਤ ਸਿੰਘ ਯਾਲੀ ਨੇ ਜਿਹੜੇ ਉਹਨਾਂ ਨੇ ਬੜਾ ਕੀ ਕੰਮ ਰੱਖਿਆ। ਉਹ ਕਹਿੰਦੇ ਵੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਚਾਹੇ ਸੀਟ ਦੋ ਚਾਹੇ ਨਾ ਦੋ। ਸੁਖਬੀਰ ਬਾਦਲ ਨਾਲ ਲੜੇ ਵੀ ਰਹੇ ਨੇ ਕਾਫੀ ਚਿਰ। ਫਿਰ ਇਹੋ ਜਿਹੇ ਲੀਡਰਾਂ ਨੂੰ ਸਾਨੂੰ ਥੋੜੀ ਜਿਹੀ ਮੈਨੂੰ ਲੱਗਦਾ ਕਦੇ ਕਦੇ ਉਤਸ਼ਾਹਿਤ ਵੀ ਕਰਨਾ ਚਾਹੀਦਾ, ਚਾਹੇ ਅਸੀਂ ਅਕਾਲੀ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਸੰਬੰਧ ਰੱਖਦੇ ਆ। ਪਰ ਜੇ ਕੋਈ ਬੰਦਾ ਸਟੈਂਡ ਲੈ ਰਿਹਾ ਵੀ ਪਾਰਟੀ ਮੇਰੀ ਇਹੀ ਆ, ਹੁਣ ਉਹ ਪਾਰਟੀ ਦੀਆਂ ਕੀ ਪਾਲਿਸੀਜ਼ ਨੇ ਉਹ ਚਲੋ ਆਪਾਂ ਕਹਿੰਦੇ ਸਹਿਮਤ ਹੋ ਸਕਦੇ, ਪਰ ਮੈਨੂੰ ਲੱਗਦਾ ਵੀ ਇਹ ਗੱਲ ਬੜੀ ਖਤਰਨਾਕ ਹੈ ਜਿਹੜੀ ਹੋ ਰਹੀ ਹੈ ਵੀ ਕੋਈ ਪਾਰਟੀ ਵੀ ਨਹੀਂ ਕਹੇ ਦੀ, ਕੋਈ ਸਟੈਂਡ ਹੀ ਨਹੀਂ ਹੈਗਾ ਕਿਸੇ। ਜਸ਼ਦੀਪ ਸਿੰਘ, ਫਿਰ DC ਦੇ ਸਾਲ 'ਚ ਇੱਕ ਅੱਧੀ ਦੀ ਲੋੜ ਪਈ ਜਾਂ ਰੋਜ਼ ਹੀ? ਨਹੀਂ ਆਪਾਂ ਦੇਖੋ ਜੀ, ਆਪਾਂ ਤਾਂ ਜਾਣਾ ਹੁੰਦਾ ਸਾਲ ਬਾਅਦ, ਇੱਕ ਦਾ ਕੰਮ ਹੁੰਦਾ, ਪਰ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਕੋਲ ਗਿਣੇ ਚੁਣੇ ਦਿਨ ਨੇ ਤੇ ਉਹ ਮਗਰੋਂ ਵਾਹ ਹੀ ਨਹੀਂ ਫੜਾਉਂਦੇ, ਉਹ ਮੂੰਹ ਬੜਾ ਵੱਡਾ ਅੱਡ ਲੈਂਦੇ ਨੇ। ਬਸ ਉਹੀ ਗੱਲ ਆ। ਕੋਈ ਹੋਵੇ ਕਿਸੇ ਨੂੰ ਆਪਣੇ ਸ਼ਰਮਾ ਜੀ ਨੂੰ ਪਤਾ ਹੀ ਨਹੀਂ ਤਾਂ ਇੱਕ ਕੰਮ 'ਚ ਇਨਵੋਲਵ ਵੀ ਰਹੇ, ਉੱਥੇ ਸਾਡੀ ਹੈਲਪ ਵੀ ਕੀਤੀ ਇਹਨਾਂ ਨੇ। ਹਲੇ ਕਿੱਥੋਂ ਤੱਕ ਪਾਰਟੀਆਂ ਦੇ ਹੈ ਦੇਖ ਲਓ ਤੁਸੀਂ ਕੀ ਕੰਮ ਹੁੰਦਾ, ਬਿਨਾਂ ਕੰਮ ਕੋਈ ਕਿਸੇ ਕਹੇ ਤੇ ਕੰਮ ਨਹੀਂ ਹੁੰਦਾ ਗਾ। ਨਹੀਂ ਦੇਖੋ ਜੀ, ਇਹੀ ਗੱਲ ਮਾਰਦੀ ਆ। ਇਹੀ ਗੱਲ ਮਾਰਦੀ ਆ, ਘਾਟ ਹੈ ਸਾਡੇ ਸਿਸਟਮ ਦੇ ਵਿੱਚ ਬਹੁਤ ਵੱਡੀ। ਅੱਗੇ ਤਾਂ ਜੀ ਕੀ ਅਸੀਂ ਅੱਗੇ ਐਵੇਂ ਹੁੰਦਾ ਸੀ, ਸਾਰੀ ਕੱਟਦਾ ਗੱਲ ਨੂੰ, ਅੱਗੇ ਐਵੇਂ ਹੁੰਦਾ ਸੀ ਪੈਸੇ ਦੇ ਕੇ ਕੰਮ ਹੋ ਜਾਂਦਾ। ਹੁਣ ਜਦੋਂ ਦੇ ਆਪ ਵਾਲੇ ਆਏ ਆ ਕੰਮ ਤਾਂ ਹਜੇ ਵੀ ਨਹੀਂ ਹੁੰਦਾ, ਹੁਣ ਪੈਸੇ ਦੇ ਕੇ ਨਹੀਂ ਹੁੰਦਾ ਹੈਗਾ, ਉਦੋਂ ਵੀ ਖੱਜਲ ਹੁੰਦਾ ਬੰਦਾ। ਹਾਂਜੀ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ ਜੀ। ਦੇਖੋ ਇਹ ਆ ਵੀ ਅਸਲ ਦੇ ਵਿੱਚ ਸਾਡੇ ਸਿਸਟਮ ਦੀ ਬਹੁਤ ਵੱਡੀ ਮੰਦਭਾਗਾ ਇੱਕ ਦੁਖਾਂਤ ਹੀ ਹੋਇਆ, ਜਿੱਥੇ ਕਾਮਨ ਮੈਨ ਨੂੰ ਇੱਕ ਮਾੜਾ ਮੋਟਾ ਕੰਮ ਕਰਾਉਣ, ਦਫ਼ਤਰੀ ਕੰਮ ਕਰਾਉਣ ਦੇ ਲਈ, ਪ੍ਰਸ਼ਾਸਨਿਕ ਕੰਮ ਕਰਾਉਣ ਦੇ ਲਈ ਕਿਸੇ ਕੋਲੇ ਸਿਫਾਰਿਸ਼ ਕਰਨੀ ਪੈਂਦੀ ਹੈ। ਔਰ ਇਹਦੇ ਲਈ ਲੋਕ ਆਪ ਹੀ ਨਹੀਂ ਉੱਠੇ, ਹਲੇ ਲੋਕ ਆਪ ਹੀ ਕਹਿੰਦੇ ਕਿ ਯਾਰ ਫਲਾਣਾ MLA ਨਾਲ ਚੰਗੀ ਰੱਖੋ, ਫਲਾਣੇ MLA ਨਾਲ ਚੰਗੀ ਰੱਖੋ। ਹੁਣ ਤਾਂ ਦੇਖੋ ਜਿਹੜਾ ਕੋਈ ਸੌਰੀ ਵਿੱਚ ਇਹ ਗੱਲ ਕੱਟ ਰਿਹਾ ਵੀ ਜੇ ਕੋਈ ਕਰ ਰਿਹਾ ਹੋਊਗਾ ਨਾ ਸਹੀ ਵੀ ਕੰਮ, ਜੇ ਉਹ ਕਰ ਰਿਹਾ ਹੋਊਗਾ ਤੇ ਉੱਤੇ ਸ਼ੱਕ ਕਰਨਗੇ ਯਾਰ ਇਹ ਠੀਕ ਵੀ ਕਰੂ ਕਿ ਨਹੀਂ, ਇਹਨੇ ਪੈਸੇ ਨਹੀਂ ਲਏ, ਇਹਨੂੰ ਸਿਫਾਰਿਸ਼ ਨਹੀਂ ਪਾਉਣੀ ਪਈ, ਇਹ ਠੀਕ ਨਹੀਂ ਹੋਣਾ, ਕੰਮ ਨਹੀਂ ਠੀਕ ਹੋਣਾ, ਇਹ ਜਾਣ ਕੇ ਏਦਾਂ ਕਰਨ ਦੇ ਵੀ ਉਹ ਮਨ ਦੇ ਵਿੱਚ ਇੰਨਾ ਰਚ ਗਿਆ ਆ, ਖੂਨ ਦੇ ਵਿੱਚ ਇੰਨੀ ਕਿ ਜ਼ਿਆਦਾ ਕਰਪਸ਼ਨ ਤੇ ਸਿਫਾਰਿਸ਼ ਚੀਜ਼ ਜਿਹੜੀ ਉਹ ਫਸ ਗਈ ਆ। ਸਿਫਾਰਿਸ਼ ਫੋਨ ਕਰਵਾਉਣ ਵਾਲੇ ਤੇ ਫੋਨ ਕਰਨ ਵਾਲੇ, ਇਹ ਦੋਨੋਂ ਜਾਣੇ ਆਪੋ ਆਪਣੀ ਪ੍ਰਧਾਨਗੀ ਚਾਹੁੰਦੇ ਆ। ਇਹ ਅਸਲ ਦੇ ਵਿੱਚ ਉਹੀ ਗੱਲ ਨਾ, ਮੈਕੈਨਿਜ਼ਮ ਗਲਤ ਆ, ਸਹੀ ਕਰਨ ਵਾਲਾ ਕਿਵੇਂ ਗਲਤ ਹੈ। ਕੰਮ ਕਰਾਉਣਾ ਆ, ਮੈਂ ਪਹਿਲਾਂ ਪ੍ਰਵੀਨ ਨੂੰ ਕਰੂੰਗਾ, ਉਹ ਅਗਲੇ ਨੇ ਕਹਿਣਾ ਵੀ ਪ੍ਰਵੀਨ ਦੀ ਕਾਲ ਆਊਗੀ ਤੇ ਫੇਰ ਕਰਨਾ, ਨਹੀਂ ਤਾਂ ਕਹਿਣਾ ਪ੍ਰਵੀਨ ਦੀ ਵੀ ਚੜਾਈ ਤੇ ਉਹਦੀ ਵੀ ਚੜਾਈ, ਬੰਦਾ ਸਾਡੇ ਵਰਗਾ ਫਸਿਆ ਰਹਿ ਜਾਂਦਾ। ਉਹੀ ਤਾਂ ਗੱਲ ਹੈ, ਜੇ ਹੁਣ ਮੰਨ ਲਓ ਉੱਥੇ SSP ਕੋਲੇ ਜਾਣਾ, ਤੁਸੀਂ DC ਦਫ਼ਤਰ ਜਾਣਾ, ਤਹਿਸੀਲਦਾਰ ਕੋਲੇ ਜਾਣਾ, FIR ਨਹੀਂ ਲਿਖਦੇ ਅਗਲੇ। ਜੇ ਤੁਹਾਡਾ ਕੰਮ ਜਾਣਸਾਰੀ ਹੋ ਗਿਆ, MLA ਨੂੰ ਕਿਹਨੇ ਪੁੱਛਣਾ? ਇਹੀ ਤਾਂ ਵਕਤ ਹੈ। MLA ਜਦੋਂ ਵੀ ਜਿੰਨੀ ਦੇਰ ਤੱਕ ਆਪਾਂ ਪ੍ਰਵੀਨ ਜੀ ਵੈਸੇ ਅਸਲ ਦੇ ਵਿੱਚ ਜਿੰਨੀ ਦੇਰ ਤੱਕ ਇਹ ਗੱਲ ਕਰਨੀ ਇਹ ਬੰਦ ਨਹੀਂ ਨਾ ਹੁੰਦੀ, ਵੀ ਬੁੱਕਤ ਕੀ ਹੋਊਗੀ, ਵੀ ਬੁੱਕਤ ਤਾਂ ਬਈ ਤੂੰ MLA ਆ ਤੇ MLA ਦੀ ਰਹਿਣੀ ਹੋਈ ਰਹਿਣੀ ਆ, ਜਿਹੜਾ ਤੇਰਾ ਹੈਗਾ ਆ। ਇਹ ਆ ਵੀ ਉਹ ਕੰਮਾਂ ਤੋਂ ਥੋੜਾ ਜਿਹੜਾ ਸਿਆਸੀ ਪਰਛਾਵਾਂ ਨਾ ਉਹ ਹਟਾਉਣਾ ਪੈਣਾ। ਨਹੀਂ, ਉਹ ਆਮ ਵੀ ਕੰਮਾਂ ਦੇ ਵਿੱਚੋਂ ਵੀ ਇਹ ਜਿਹੜੀ ਆਦਤ ਆ, ਕਿਉਂਕਿ
ਲੀਡਰ ਵੀ ਤਾਂ ਇਸੇ ਸਮਾਜ ਚੋਂ ਆ, ਹਾਂਜੀ ਹਾਂਜੀ ਬਿਲਕੁਲ। ਇਹਨਾਂ ਲੋਕਾਂ ਚੋਂ ਹੀ ਆ, ਜਿਹੜੇ ਲੋਕ ਵੋਟ ਪਾਉਣ ਵਾਲੇ ਆ ਉਹਨਾਂ ਚੋਂ ਹੀ ਇਵੈਂਚੁਅਲੀ ਬਣਦੇ ਆ। ਹਾਂਜੀ ਹਾਂਜੀ ਬਿਲਕੁਲ। ਜੇ ਕਿਸੇ ਕੋਲ 4 ਪੈਸੇ ਆ ਤੇ ਚਾਹ ਕਿਸੇ ਦੇ ਕੋਲ ਵੈਸੇ ਵੋਟਾਂ ਦਾ ਭੰਡਾਰ ਆ, ਇੰਨਾ ਨਹੀਂ ਬਣਨਾ ਹੁੰਦਾ। ਜੀ ਤੇ ਜੇ ਉਹ ਆਪ ਸ਼ੁਰੂ ਤੋਂ ਲੈ ਕੇ ਥੱਲੋਂ ਲੈ ਕੇ ਉੱਤੇ ਤੱਕ ਇਹੀ ਕੁਝ ਕਰਦੇ ਆਏ ਹੋਣਗੇ ਤਾਂ ਇਹ ਕਦੀ ਵੀ ਨਹੀਂ ਰੁਕ ਸਕਦਾ। ਨਹੀਂ ਰੁਕ ਇਹ ਸਕਦਾ। ਆਪ ਹੀ ਲੋਕਾਂ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ, ਫਿਰ ਅੱਗੇ ਤੇਰੀ ਗੱਲ ਵਧਣੀ ਹੈ। ਹਾਂਜੀ ਬਿਲਕੁਲ। ਜਿਹੜੇ ਪੋਲੀਟੀਕਲ ਰਿਫਾਰਮਸ ਹੁੰਦੇ ਉਹਨਾਂ ਦੀ ਸ਼ੁਰੂਆਤ ਲੋਕਾਂ ਤੋਂ ਹੀ ਹੁੰਦੀ ਹੈ, ਲੋਕਾਂ ਤੋਂ ਹੀ ਹੋਣੀ ਆ। ਆਪਣੇ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਬਣੀਆਂ ਨੇ, ਆਪਾਂ ਉਹਨਾਂ ਦੀ ਕਿੰਨੀ ਕੁ ਵਰਤੋਂ ਕਰਦੇ ਹਾਂ। ਗ੍ਰਾਮ ਸਭਾ ਦੀ ਕਈ ਗੱਲ ਰਾਸ਼ਟਰਪਤੀ ਤੱਕ ਨਹੀਂ ਟਾਲ ਸਕਦਾ, ਪਰ ਕਿੰਨੇ ਕੁ ਲੋਕਾਂ ਨੂੰ ਪਤਾ ਆਪਣੇ ਨੂੰ। ਗ੍ਰਾਮ ਸਭਾ ਕੋਲੇ ਬਹੁਤ ਸਾਰੇ ਅਖਤਿਆਰ ਨੇ, ਅਧਿਕਾਰ ਨੇ। ਉਹ ਸਰਪੰਚ ਤੱਕ ਨੂੰ ਕਹਿ ਸਕਦੀ ਹੈ ਕਿ ਭਾਈ ਤੂੰ ਨਹੀਂ ਆਹ ਕੰਮ ਗਲਤ ਕੀਤਾ, ਆਹ ਸਹੀ ਕੀਤਾ, ਪਰ ਆਪਾਂ ਨੂੰ ਕਿੰਨਾ ਕੁ ਪਤਾ। ਸੋ ਜਿੰਨਾ ਚਿਰ ਅਸੀਂ ਉੱਠਦੇ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਚਿਰ ਇਹ ਹੋਣਾ ਨਹੀਂ। ਪੋਲੀਟੀਕਲ ਲੋਕਾਂ ਨੇ ਸਿਸਟਮ ਨੂੰ ਹਾਈਜੈਕ ਕੀਤਾ ਹੋਇਆ, ਇਸੇ ਕਰਕੇ ਬਿਨਾਂ ਸਿਫਾਰਸ਼ਾਂ ਤੋਂ ਕੰਮ ਨਹੀਂ ਹੁੰਦੇ। ਸੋ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਤੁਹਾਡੇ ਸਾਰਿਆਂ ਤੋਂ ਆਗੇ ਲਵਾਂਗੇ, ਇਜਾਜ਼ਤ ਲਵਾਂਗੇ, ਤੇ ਕਿਉਂਕਿ ਸਮਾਂ ਆਪਣਾ ਰਾਜਕਰਮਵੀਰ ਸਿੰਘ ਜੀ ਸਮਾਪਤੀ ਵੱਲ ਹੈ। ਸੋ ਇੱਥੇ ਹੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।